टीवी अपना साझा पंजाब ਅਤੇ ਰੇਡੀਓ ਵੌਇਸ ਆਫ ਖਾਲਸਾ ਰਾਹੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਕ ਵਾਰੀ ਫੇਰ ਅੱਜ ਸ਼ਿਕਾਗੋ ਤੋਂ ਪ੍ਰੋਗਰਾਮ ਜਿਹੜਾ ਪੰਥਕ ਸੱਤ ਜਿਹੜਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆ। ਇਹਦੇ ਵਿੱਚ ਆਪਾਂ ਜਿਹੜੇ ਵੱਖੋ ਵੱਖ ਮਸਲਿਆਂ ਤੇ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ, ਜੋ ਪੰਥਕ ਦੇ ਜੋ ਕਰੰਟ ਜਿਹੜੇ ਮਸਲੇ ਚੱਲ ਰਹੇ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਸੋ ਉਸੇ ਤਰੀਕੇ ਨਾਲ ਅੱਜ ਫਿਰ ਜਿਹੜਾ ਇਹ ਪ੍ਰੋਗਰਾਮ ਲੈ ਕੇ ਜਿਹੜੀ ਤੁਹਾਡੀ ਸੇਵਾ ਵਿੱਚ ਆਪਾਂ ਹਾਜ਼ਰ ਹੋਏ ਹਾਂ, ਜਿਹਦੇ ਵਿੱਚ ਆਪਣਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਕਿ ਇੱਕ ਤਾਂ ਜੋ ਪੰਜਾਬ ਦੇ ਵਿੱਚ ਮੌਜੂਦਾ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਬਾਰੇ ਗੱਲਬਾਤ ਕਰਾਂਗੇ। ਤੇ ਨਾਲ ਦੀ ਨਾਲ ਜਿਹੜਾ ਖਾਲਿਸਤਾਨ ਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਕਰਾਂਗੇ। ਖੁੱਲ੍ਹੇ ਜਿਹੜੇ ਵਿਚਾਰ ਹੋਣਗੇ, ਗੱਲਾਂ ਬਾਤਾਂ ਹੋਣਗੀਆਂ। ਸੋ ਤੁਸੀਂ ਵੀ ਜਿਹੜਾ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ। ਇਸ ਪ੍ਰੋਗਰਾਮ ਨੂੰ ਜੇ ਤੁਸੀਂ ਸੁਣਨਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣਾ ਸਾਂਝਾ ਪੰਜਾਬ ਜਿਹੜਾ ASP ਗਲੋਬਲ ਦਾ ਜਿਹੜਾ ਫੇਸਬੁੱਕ ਪੇਜ ਆ ਉਸ ਰਾਹੀਂ ਵੀ, ਜਾਂ ਜਿਹੜਾ YouTube ਚੈਨਲ ਆ ਉਸ ਰਾਹੀਂ ਤੁਸੀਂ ਦੇਖ ਸਕਦੇ ਆ। ਪਰ ਜੇ ਤੁਸੀਂ ਸਿਰਫ ਇਹਨੂੰ ਸੁਣਨਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਡਾਇਲ ਕਰਕੇ ਸੁਣ ਸਕਦੇ ਹੋ। USA ਤੋਂ ਜਿਹੜਾ ਨੰਬਰ ਹੈਗਾ 6055629864। ਕੈਨੇਡਾ ਤੋਂ ਨੰਬਰ ਹੈਗਾ ਜੀ 6474969718। ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਸਾਡਾ ਸੁਣ ਸਕਦੇ ਆ। ਤੇ ਨਾਲ ਦੀ ਨਾਲ ਅੱਜ ਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਆ। ਜਿਹੜਾ WhatsApp ਨੰਬਰ ਹੈਗਾ ਜੀ 214 USA ਦਾ WhatsApp ਨੰਬਰ ਆ 2145063412। ਜਾਂ ਤੁਸੀਂ ਅਮਰੀਕਾ ਤੋਂ ਜੇ ਕਾਲ ਕਰ ਰਹੇ ਹੋ ਤਾਂ ਡਾਇਰੈਕਟ ਵੀ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਡਾਇਰੈਕਟ ਨੰਬਰ ਤੇ 7018019597। ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਜਿਹੜੇ ਆਪਣੇ ਨਾਲ ਜਿਹੜੇ ਵਿਚਾਰ ਆ ਜਿਹੜੇ ਸਾਂਝੇ ਰੱਖ ਸਕਦੇ ਆ। ਅੱਜ ਦੇ ਵਿਸ਼ੇ ਦੇ ਸੰਬੰਧੀ ਜੋ ਤੁਸੀਂ ਕਹਿਣਾ ਚਾਹੁੰਦੇ ਆ ਗੱਲਬਾਤ ਕਰ ਸਕਦੇ ਆ ਸਾਡੇ ਨਾਲ। ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਦੇ ਵਿੱਚ ਜੋ ਕਿਸਾਨ ਸੰਘਰਸ਼ ਚੱਲ ਰਿਹਾ, ਬੜੇ ਜ਼ੋਰਾਂ ਤੇ ਚੱਲ ਰਿਹਾ, ਤੇ ਉਸ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਹਫ਼ਤੇ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ, ਜੋ ਗੱਲਾਂ ਬਾਤਾਂ ਹੋਈਆਂ, ਉਹਨਾਂ ਦੇ ਨਾਲ ਵੀ ਆਪਾਂ ਜਿਵੇਂ ਪਤਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਉੱਥੇ ਜਿਹੜੀਆਂ ਦਿੱਲੀ ਸਰਕਾਰ ਦੇ ਸੱਦੇ ਤੇ ਜਿਹੜੀਆਂ ਉੱਥੇ ਮਿਲਣ ਵਾਸਤੇ ਵੀ ਗਈਆਂ। ਪਰ ਕਿਸ ਤਰੀਕੇ ਨਾਲ ਜਿਹੜਾ ਸਰਕਾਰ ਨੇ ਉਹਨਾਂ ਦੇ ਨਾਲ ਜਿਹੜਾ ਉੱਥੇ ਬਿਹੇਵ ਕੀਤਾ, ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਉੱਥੋਂ ਖਾਲੀ ਮੋੜਿਆ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਕਾਨੂੰਨ ਹੈਗੇ ਆ ਕਿਸ ਤਰੀਕੇ ਨਾਲ ਇਹ ਕਿਸਾਨਾਂ ਦੇ ਹੱਕ ਵਿੱਚ ਹੈਗੇ ਆ। ਸੋ ਜਿਵੇਂ ਕਿ ਆਪਾਂ ਮੀਡੀਆ ਰਾਹੀਂ ਵੀ ਸੁਣਦੇ ਹਾਂ, ਬਹੁਤ ਸਾਰੇ ਵੀਰਾਂ ਦੇ ਵਿਚਾਰ ਵੀ ਸੁਣੇ ਆ ਕਿ ਬਹੁਤ ਸਾਰੇ ਵੀਰ ਇਸ ਗੱਲ ਨਾਲ ਸਹਿਮਤ ਵੀ ਆ, ਉਹ ਕਹਿ ਵੀ ਰਹੇ ਆ ਕਿ ਬੇਸ਼ੱਕ ਉਹਨਾਂ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹ ਜਿਹੜੇ ਉਹਨਾਂ ਨੂੰ ਪਹਿਲਾਂ ਪਤਾ ਸੀਗਾ ਕਿ ਜਦੋਂ ਅਸੀਂ ਉੱਥੇ ਜਾਵਾਂਗੇ ਤੇ ਸਾਡੇ ਨਾਲ ਉੱਥੇ ਕੀ ਸਰਕਾਰ ਨੇ ਗੱਲਬਾਤ ਕਰਨੀ ਆ, ਕੀ ਸਾਨੂੰ ਨਿਆਂ ਦੇਣਾ, ਸਾਡੀ ਗੱਲ ਸੁਣਨੀ ਜਾਂ ਨਹੀਂ ਸੁਣੀ। ਪਰ ਸਿਰਫ ਇੱਕ ਜਿਹੜਾ ਸੀਗਾ ਉਹ ਉੱਥੇ ਜਾ ਕੇ ਉਹ ਜਿਹੜਾ ਸਰਕਾਰ ਜਿਹੜਾ ਜਿਸ ਤਰੀਕੇ ਦਾ ਜਿਹੜਾ ਪ੍ਰਚਾਰ ਕਰ ਰਹੀ ਸੀ ਜਾਂ ਜਿਸ ਤਰੀਕੇ ਦਾ ਪ੍ਰਚਾਰ ਜਿਹੜਾ ਕਰਨਾ ਚਾਹੁੰਦੀ ਸੀਗੀ, ਉਹ ਜਿਹੜਾ ਭੁਲੇਖਾ ਉਹਨਾਂ ਦਾ ਕੱਢਣ ਵਾਸਤੇ ਜਿਹੜੀਆਂ ਜਥੇਬੰਦੀਆਂ ਉੱਥੇ ਪਹੁੰਚੀਆਂ ਹੋਈਆਂ ਸੀਗੀਆਂ ਕਿ ਕੱਲ੍ਹ ਨੂੰ ਉਹ ਜਿਹੜੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਨੁਮਾਇੰਦੇ ਜਿਹੜੇ ਹੈਗੇ ਆ ਉਹ ਇਸ ਚੀਜ਼ ਦਾ ਪ੍ਰਚਾਰ ਜਿਹੜਾ ਨਾ ਕਰ ਸਕਣ ਕਿ ਅਸੀਂ ਉਹਨਾਂ ਨੂੰ ਬੁਲਾਇਆ ਸੀਗਾ ਤੇ ਉਹ ਗੱਲ ਕਰਨ ਵਾਸਤੇ ਇੱਥੇ ਸਾਡੇ ਕੋਲ ਜਿਹੜੇ ਨਹੀਂ ਪਹੁੰਚੇ। ਸੋ ਉੱਥੋਂ ਜਿਹੜਾ ਸਿੱਟਾ ਨਿਕਲਿਆ, ਬੇਸਿੱਟੇ ਜਿਹੜੀਆਂ ਜਥੇਬੰਦੀਆਂ ਮੁੜੀਆਂ। ਤੇ ਜੋ ਪੰਜਾਬ ਦੇ ਵਿੱਚ ਵੀ ਜਿਹੜਾ ਸੰਘਰਸ਼ ਚੱਲ ਰਿਹਾ, ਆਪਾਂ ਰੋਜ਼ਾਨਾ ਤਕਰੀਰਾਂ ਸੁਣਦੇ ਹਾਂ ਕਿ ਸਾਰੇ ਵੱਖੋ ਵੱਖ ਜਿਹੜੇ ਚਾਹੇ ਉਹ ਕਲਾਕਾਰ ਹੈਗੇ ਆ, ਚਾਹੇ ਹੋਰ ਜਿਹੜੇ ਪ੍ਰਚਾਰਕ ਹੈਗੇ ਆ, ਚਾਹੇ ਹੋਰ ਉੱਥੇ ਜਿਹੜੇ ਢਾਡੀ ਰਾਗੀ ਜਿੰਨੇ ਵੀ ਹੈਗੇ ਆ ਉੱਥੇ ਜਿਹੜੇ ਉੱਥੇ ਪਹੁੰਚ ਕੇ ਜਿਹੜੇ ਆਪੋ ਆਪਣੇ ਜਿਹੜੇ ਵਿਚਾਰ ਉਹ ਰੱਖ ਰਹੇ ਆ। ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਪਿਛਲੇ ਪ੍ਰੋਗਰਾਮ ਵੀ ਕੀਤੀ ਸੀ। ਆਪਾਂ ਹਰ ਵਾਰ ਆਪਾਂ ਇਹੀ ਗੱਲ ਕਰਦੇ ਹਾਂ ਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਬੇਸ਼ੱਕ ਬਹੁਤ ਵਧੀਆ, ਸਾਰੇ ਉੱਥੇ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਇਹ ਕਾਨੂੰਨਾਂ ਨੂੰ ਜਿਹੜਾ ਵਾਪਸ ਕਰਵਾਇਆ ਜਾਵੇ ਜਾਂ ਇਹ ਜਿਹੜੇ ਕਾਨੂੰਨ ਰੱਦ ਹੋ ਜਾਣ। ਪਰ ਆਪਾਂ ਨੂੰ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਇਹ ਜਿਹੜਾ ਚਾਹੇ ਉਹ ਕਾਨੂੰਨ ਰੱਦ ਹੋ ਜਾਂਦੇ ਆ, ਚਾਹੇ ਉਹ ਲਾਗੂ ਰਹਿੰਦੇ ਆ, ਜਿਹੜਾ ਪੰਜਾਬ ਦੀ ਜਿਹੜੀ ਗੁਲਾਮੀ ਜਿਹੜੀ ਹੈਗੀ ਆ ਉਹ ਗੁਲਾਮੀ ਗਲੋਂ ਨਹੀਂ ਲੈਣੀ ਜੇ ਕਾਨੂੰਨ ਰੱਦ ਵੀ ਹੋ ਜਾਂਦੇ ਆ। ਉਹਨਾਂ ਦੇ ਜਿਹੜੇ ਇਰਾਦੇ ਜਿਹੜੇ ਹੈਗੇ ਆ, ਉਹ ਸਿਸਟਮ ਜਿਹੜਾ ਹੈਗਾ, ਉਹ ਸਿਸਟਮ ਜਿਹੜੇ ਇਰਾਦੇ ਹੈਗੇ ਆ ਬਿਲਕੁਲ ਪੱਕੇ ਤੌਰ ਤੇ ਉਹਨਾਂ ਨੇ ਗੁਲਾਮ ਕਰਨ ਦੀਆਂ ਜਿਹੜੀਆਂ ਸਕੀਮਾਂ ਘੜੀਆਂ ਹੋਈਆਂ ਕਿ ਪੱਕੇ ਤੌਰ ਤੇ ਕਿੱਦਾਂ ਅਸੀਂ ਪੰਜਾਬ ਨੂੰ ਗੁਲਾਮ ਰੱਖਣਾ ਤੇ ਕਿੱਦਾਂ ਜਿਹੜਾ ਇੱਥੋਂ ਜਿਹੜੀ ਇਹਨਾਂ ਦੀ ਜਿਹੜੀ ਆਰਥਿਕ ਪੱਖੋਂ ਜਿਹੜਾ ਇਹਨਾਂ ਨੂੰ ਕਮਜ਼ੋਰ ਕਰਕੇ ਜਿਹੜਾ ਇਹਨਾਂ ਨੂੰ ਬਿਲਕੁਲ ਘਸਿਆਰੇ ਕਰ ਦਿੱਤਾ ਜਾਵੇ ਕਿ ਇਹ ਬੋਲ ਨਾ ਸਕਣ। ਉਸੇ ਨੀਤੀ ਤਹਿਤ ਹੀ ਜਿਹੜਾ ਇਹ ਜਿਹੜੇ ਬਿੱਲ ਬਣੇ ਆ, ਜਿਹੜੇ ਕਾਨੂੰਨ ਬਣ ਗਏ ਆ, ਜਿਹੜੇ ਹੁਣ ਜਿਹੜੇ ਬਿੱਲ ਸੀਗੇ, ਆਰਡੀਨੈਂਸ ਸੀਗੇ, ਉਹ ਕਾਨੂੰਨ ਬਣ ਚੁੱਕੇ ਆ। ਆਪਾਂ ਜਦੋਂ ਆਪਾਂ ਪਿਛਲੇ
ਅਕਸਰ ਹੀ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਜਦੋਂ ਕੋਈ ਘਟਨਾ ਵਾਪਰਦੀ ਆ ਜਾਂ ਜਦੋਂ ਕੋਈ ਗੱਲਬਾਤ ਹੁੰਦੀ ਆ ਤੇ ਆਪਾਂ ਇਤਿਹਾਸ ਵੱਲ ਦੇਖਦੇ ਹਾਂ। ਤੇ ਜਦੋਂ ਆਪਾਂ ਪਿਛਲੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਕਿ 1984 ਤੋਂ ਜੋ ਪਹਿਲਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਉਸ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤੇ ਆਪਾਂ ਨੂੰ ਇਹ ਉਸ ਸਮੇਂ ਦੇ ਵਿੱਚ ਸਾਫ਼-ਸਾਫ਼ ਜਿਹੜਾ ਨਜ਼ਰ ਆਉਂਦਾ ਕਿ ਉਸ ਸਮੇਂ ਦੇ ਵਿੱਚ ਕਿੱਦਾਂ ਜਿਹੜਾ ਸੀਗਾ ਪਹਿਲਾਂ ਉਹ ਮਾਹੌਲ ਕ੍ਰੀਏਟ ਕੀਤਾ ਗਿਆ। ਮਾਹੌਲ ਕ੍ਰੀਏਟ ਕਰਕੇ ਕਿਵੇਂ ਉਸ ਸਮੇਂ ਜਿਹੜਾ ਮੀਡੀਆ ਸੀਗਾ, ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਸੀ, ਉਸ ਸਮੇਂ ਮੀਡੀਆ ਸੀਗਾ ਜਿਹੜਾ ਹਰ ਗੱਲ ਨੂੰ ਜਿਹੜਾ ਵੱਖਵਾਦ ਦੇ ਨਾਲ ਤੇ ਉਹ ਅੱਤਵਾਦ ਦੇ ਨਾਲ ਜੋੜ ਕੇ ਜਿਹੜਾ ਪੇਸ਼ ਕਰਦਾ ਸੀਗਾ। ਤੇ ਜਾਂ ਜਿਹੜੇ ਆ ਉਸ ਸਮੇਂ ਦੇ ਜਿਹੜੀਆਂ ਕਾਮਰੇਡ ਲਾਣਾ ਸੀਗਾ ਜਾਂ ਜਿਹੜੀਆਂ ਉਹ ਲੋਕ ਸੀਗੇ ਜਿਹੜੇ ਇਸ ਸੰਘਰਸ਼ ਦੇ ਖਾਲਿਸਤਾਨ ਦੇ ਜਾਂ ਪੰਜਾਬ ਆਜ਼ਾਦੀ ਦੇ ਹੱਕ ਵਿੱਚ ਨਹੀਂ ਸੀਗੇ, ਕਿਸ ਤਰੀਕੇ ਨਾਲ ਉਸ ਸਮੇਂ ਉਹਨਾਂ ਨੂੰ ਵਰਤਿਆ ਗਿਆ। ਇਹ ਵਰਤ ਕੇ ਉਹਨਾਂ ਨੇ ਕਿੱਦਾਂ ਜਿਹੜਾ ਆਪਣੇ ਸਿੱਖ ਕੌਮ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਔਰ ਦੂਸਰੇ ਬੰਨੇ ਜਿਹੜਾ ਸਿੱਖਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੂੰ ਜਿਹੜਾ ਸੀਗਾ ਆਨੰਦਪੁਰ ਸਾਹਿਬ ਦਾ ਮੱਤੇ ਦੀ ਗੱਲ ਸੀਗੀ ਉਹਨਾਂ ਨੂੰ ਕਿੱਦਾਂ ਉਹਨਾਂ ਨੇ ਅੱਤਵਾਦ ਦੇ ਨਾਲ ਜੋੜਿਆ, ਕਿੱਦਾਂ ਉਹਨਾਂ ਨੂੰ ਵੱਖਵਾਦ ਦੇ ਨਾਲ ਜੋੜਿਆ। ਪਰ ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਅੱਜ ਦੇ ਸਮੇਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋ ਰਿਹਾ, ਜੇ ਆਪਾਂ ਕੱਲੀ ਘਟਨਾ ਨੂੰ ਵਾਚ ਕੇ ਦੇਖਦੇ ਹਾਂ ਤੇ ਬਿਲਕੁਲ ਹੂ-ਬ-ਹੂ ਜਿਹੜਾ ਵਤੀਰਾ ਜਿਹੜਾ ਉਸ ਸਮੇਂ ਜਿਹੜਾ ਕੀਤਾ ਗਿਆ, ਜਿਸ ਤਰ੍ਹਾਂ ਉਸ ਸਮੇਂ ਜਿਹੜਾ ਮਾਹੌਲ ਤਿਆਰ ਕੀਤਾ ਗਿਆ, ਬਿਲਕੁਲ ਉਸੇ ਤਰੀਕੇ ਨਾਲ ਜਿਹੜਾ ਉੱਥੋਂ ਦਾ ਮਾਹੌਲ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਇਸ ਸਮੇਂ ਉਹ ਤਿਆਰ ਕੀਤਾ ਜਾ ਰਿਹਾ। ਕੁਛ ਘਟਨਾਵਾਂ ਜਿਹੜੀਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਾਪਰੀਆਂ ਉਹਨਾਂ ਦਾ ਆਪਾਂ ਜ਼ਿਕਰ ਕਰਦੇ ਹਾਂ ਕਿ ਜਿਵੇਂ ਉੱਥੇ ਬੀਜੇਪੀ ਲੀਡਰ ਤੇ ਹਮਲਾ ਹੋਣ ਦੀ ਗੱਲ ਹੋਣੀ ਕਿ ਬੀਜੇਪੀ ਲੀਡਰ ਤੇ ਉੱਥੇ ਹਮਲਾ ਹੋਇਆ। ਹਜੇ ਬਿਲਕੁਲ ਕਿਸੇ ਨੂੰ ਕੋਈ ਸ਼ੋਰ ਨਹੀਂ ਹਮਲਾ ਕਿਸੇ ਨੇ ਕਿਉਂ ਕੀਤਾ, ਕਾਹਤੋਂ ਕੀਤਾ, ਪਰ ਉਸ ਨੂੰ ਜਿਹੜਾ ਇੱਕੋ ਮਾਹੌਲ ਕ੍ਰੀਏਟ ਕਰਨ ਵਾਲੀ, ਇੱਕ ਟਕਰਾਅ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਵਾਲੀ ਜਿਹੜੀ ਉੱਥੇ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਔਰ ਉਸ ਤੋਂ ਬਾਅਦ ਜਿਹੜੀ ਇੱਕ ਹੋਰ ਘਟਨਾ ਜਿਹੜੀ ਹੁਣ ਵਾਪਰੀ ਆ, ਕੱਲ੍ਹ ਪਰਸੋਂ ਦੀ ਜਿਹੜੀ ਘਟਨਾ ਵਾਪਰੀ ਹੈ ਕਿ ਜਿਹੜਾ ਉਹ ਕਾਮਰੇਡ ਬਲਵਿੰਦਰ ਸੀਗਾ ਜਿਹੜਾ ਜਿਸ ਦਾ ਕਤਲ ਕੀਤਾ ਗਿਆ। ਹਜੇ ਕਿਸੇ ਨੂੰ ਇਸ ਗੱਲ ਦਾ ਕੋਈ ਪੱਕਾ ਸ਼ੋਰ ਨਹੀਂ ਹੈ ਕਿ ਕਤਲ ਕਿਹਨੇ ਕੀਤਾ, ਪਰ ਉਸ ਨੂੰ ਜਿਸ ਤਰੀਕੇ ਨਾਲ ਰੈਫਰੈਂਡਮ ਦੇ ਨਾਲ ਜੋੜ ਕੇ, ਪੰਜਾਬ ਦੀ ਆਜ਼ਾਦੀ ਦੇ ਨਾਲ ਜੋੜ ਕੇ ਭਾਰਤ ਦਾ ਮੀਡੀਆ ਜਿਹੜਾ ਹੈਗਾ ਉਹ ਉੱਥੋਂ ਉਸ ਨੂੰ ਪੇਸ਼ ਕਰ ਰਿਹਾ ਕਿ ਇਹ ਜਿਹੜਾ ਰੈਫਰੈਂਡਮ ਦੀ ਜਿਹੜੀ ਕੰਪੇਨ ਚੱਲ ਰਹੀ ਹੈ, ਆਜ਼ਾਦੀ ਦੀ ਗੱਲ ਚੱਲ ਰਹੀ ਆ, ਇਹ ਜਿਹੜਾ ਕਤਲ ਹੋਇਆ ਇਸ ਕਰਕੇ ਹੋਇਆ ਕਿਉਂਕਿ ਆਜ਼ਾਦੀ ਦੀ ਜਿਹੜੀ ਗੱਲਬਾਤ ਇਹ ਕਰ ਰਹੇ ਆ। ਇਹ ਦੋ ਘਟਨਾਵਾਂ ਹੋ ਗਈਆਂ। ਤੀਜੀ ਘਟਨਾ ਜਿਹੜੀ ਆਪਾਂ ਜ਼ਿਕਰ ਕਰਦੇ ਹਾਂ ਕਿ ਜਿਹੜਾ ਪੰਜਾਬ ਜਿਹੜੀ CPM ਦੀ ਪਾਰਟੀ ਹੈ ਜਿਹੜੀ ਉੱਥੋਂ ਦਾ ਜਿਹੜਾ ਉਹਦਾ ਅਹੁਦੇਦਾਰ ਹੈਗਾ ਪੰਜਾਬ ਦਾ ਜਿਹੜਾ ਸੁਖਵਿੰਦਰ ਸਿੰਘ ਸੇਖੋਂ ਜਿਹੜਾ ਪੰਜਾਬ CPM ਦਾ, ਉਹਦੀ ਜਿਹੜੀ ਨਿਊਜ਼ ਜਿਹੜੀ ਆਪਾਂ ਪਿੱਛੇ ਖਬਰ ਪੜ੍ਹੀ ਆ ਕਿ ਉਹ ਕਿਵੇਂ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਉਹਨਾਂ ਨੇ ਨਿਊਜ਼ ਲੱਗੀ ਉਹਨਾਂ ਦੀ, ਉਹਨਾਂ ਨੇ ਕਿਹਾ ਕਿ ਜਿਹੜੀਆਂ ਖਾਲਿਸਤਾਨ ਦੀਆਂ ਗੱਲ ਕਰਨ ਵਾਲੀਆਂ ਜਥੇਬੰਦੀਆਂ ਜਿਹੜੀਆਂ ਜਾਂ ਖਾਲਿਸਤਾਨ ਦਾ ਗੱਲ ਕਰਨ ਵਾਲੇ ਜਿਹੜੀ ਹੈਗੀ ਆ ਸੰਘਰਸ਼ ਆ, ਇਹਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ। ਸੋ ਇਹ ਤਿੰਨੇ ਘਟਨਾਵਾਂ ਜੇ ਆਪਾਂ ਦੇਖਦੇ ਹਾਂ ਤੇ ਇਹ ਉਸੇ ਇਤਿਹਾਸ ਨਾਲ ਜਾ ਕੇ ਜੁੜਦੀਆਂ ਕਿ ਕਿਵੇਂ ਉਸ ਸਮੇਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਕਤਲ ਜਿਹੜੇ ਹੁੰਦੇ ਸੀਗੇ, ਜਿਹੜੇ ਅੱਜ ਵੀ ਕਈ ਆਪਣੇ ਵੀਰ ਭੈਣ ਭਰਾ ਜਿਹੜੇ ਕਈ ਵਾਰੀ ਇਹ ਸੋਚਦੇ ਆ, ਇਹ ਸਵਾਲ ਕਰਦੇ ਆ, ਜਾਂ ਕਈ ਜਿਨ੍ਹਾਂ ਨੂੰ ਨਹੀਂ ਇਸ ਚੀਜ਼ ਦੇ ਬਾਰੇ ਪ੍ਰੋਪਰ ਨੌਲੇਜ ਹੈਗੀ, ਜਾਣਕਾਰੀ ਹੈਗੀ, ਉਹ ਪੰਜਾਬ 'ਚ ਜਿਹੜੇ ਉਸ ਸਮੇਂ ਜਿਹੜੇ ਹਿੰਦੂ ਵੀਰਾਂ ਦੇ ਜਿਹੜੇ ਕਤਲ ਹੋਏ ਜਾਂ ਕਿਸੇ ਹੋਰ ਜਿਹੜੇ ਇੱਦਾਂ ਦੇ ਕਤਲ ਹੋਏ ਉਹਨਾਂ ਦੇ ਬਾਰੇ ਉਹਨੂੰ ਖਾੜਕੂਵਾਦ ਨਾਲ ਜੋੜ ਕੇ ਦੇਖਦੇ ਆ। ਉਸ ਸਮੇਂ ਸ਼ਾਇਦ ਆਪਣੇ ਕੋਲੇ ਇਹ ਗੱਲਾਂ ਸਾਹਮਣੇ ਸਪਸ਼ਟ ਨਹੀਂ ਗਈਆਂ ਸੀਗੀਆਂ, ਪਰ ਇੱਕ ਬੰਨੇ ਜਿਹੜਾ ਉਸ ਸਮੇਂ ਜਿਹੜਾ ਆਪਣਾ ਹਥਿਆਰਬੰਦ ਸੰਘਰਸ਼ ਵੀ ਚੱਲ ਰਿਹਾ ਸੀਗਾ ਤੇ ਬਹੁਤੇ ਲੋਕਾਂ ਨੇ ਸ਼ਾਇਦ ਇਹ ਮਨ 'ਚ ਗੱਲ ਬੈਠ ਗਈ ਕਿ ਹੋ ਸਕਦਾ ਕਿ ਹਥਿਆਰਬੰਦ ਸੰਘਰਸ਼ ਚੱਲ ਰਿਹਾ ਸੀਗਾ ਤੇ ਇਹ ਇੱਦਾਂ ਦੀ ਕੋਈ ਘਟਨਾ ਵਾਪਰੀ ਹੋਵੇ, ਕਿਸੇ ਖਾੜਕੂ ਜਥੇਬੰਦੀ ਨੇ ਜਿਹੜਾ ਉਹਨਾਂ ਨੂੰ ਜਿਹੜਾ ਮਾਰਿਆ ਹੋਵੇ ਜਾਂ ਕੁਝ ਕੀਤਾ ਹੋਵੇ। ਪਰ ਜਿਹੜਾ ਆਪਾਂ ਨੂੰ ਜਿਹੜੇ ਵੀ ਜਾਣੂ ਹੈਗੇ, ਇਤਿਹਾਸ ਤੋਂ ਜਾਣੂ ਹੈਗੇ, ਜਿਨ੍ਹਾਂ ਨੇ ਖੋਜ ਕੀਤੀ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਸਮੇਂ ਵੀ ਸਰਕਾਰ ਨੇ ਕਿਵੇਂ ਜਿਹੜੀਆਂ ਇਹ ਚਾਲਾਂ ਚੱਲ ਕੇ ਜਿਹੜੀਆਂ ਆਪ ਜਿਹੜੇ ਇਹ ਲੋਕਾਂ ਦੇ ਜਿਹੜੇ ਕਤਲ ਕਰਵਾ ਕੇ ਤੇ ਕਿਵੇਂ ਉਸ ਨੂੰ ਜਿਹੜਾ ਇੱਕ ਟਕਰਾਅ ਦੀ ਸਥਿਤੀ ਪੰਜਾਬ ਦੇ ਵਿੱਚ ਪੈਦਾ ਕੀਤੀ, ਉੱਥੋਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੇ ਕੀਤਾ ਤੇ ਫਿਰ ਜਿਹੜਾ ਉਹਨਾਂ ਨੇ ਜਿਹੜਾ ਆਪਣਾ ਸੰਘਰਸ਼ ਸੀਗਾ ਜਿਹੜਾ ਉਸ ਨੂੰ ਜਿਹੜਾ ਮਲੀਆਮੇਟ ਕਰਨ ਵਾਸਤੇ ਜਿਹੜਾ ਹਰ ਹੀਲਾ ਜਿਹੜਾ ਵਰਤਿਆ। ਠੀਕ ਉਸੇ ਤਰੀਕੇ ਨਾਲ ਅੱਜ ਵੀ ਇਹ ਜਿਹੜਾ ਆਪਣੇ ਜਿਹੜਾ ਕਤਲ ਹੋਇਆ, ਅੱਜ ਆਪਾਂ ਦੇਖ ਸਕਦੇ ਹਾਂ ਕਿ ਅੱਜ ਤਾਂ ਕੋਈ ਹਥਿਆਰਬੰਦ ਸੰਘਰਸ਼ ਨਹੀਂ ਚੱਲ ਰਿਹਾ। ਅੱਜ ਤਾਂ ਜੇ ਰੈਫਰੈਂਡਮ 2020 ਦੀ ਪੰਜਾਬ ਦੀ ਆਜ਼ਾਦੀ ਦੀ ਗੱਲ ਹੋ ਰਹੀ ਆ, ਸ਼ਾਂਤਮਈ ਜਿਹੜੀ ਮੁਹਿੰਮ ਹੈਗੀ ਆ, ਸ਼ਾਂਤਮਈ ਤਰੀਕੇ ਨਾਲ ਜਿਹੜੀ ਚੱਲ ਰਹੀ ਹੈ, ਕੰਪੇਨ ਚੱਲ ਰਹੀ ਹੈ, ਕੋਈ ਹਥਿਆਰਾਂ ਦੀ ਗੱਲ ਨਹੀਂ ਹੋ ਰਹੀ।
ਤੇ ਅੱਜ ਵੀ ਕਿੱਦਾਂ ਸ਼ਰੇਆਮ ਜਿਹੜਾ ਉੱਥੋਂ ਦੇ ਲੋਕ ਜਿਹੜੇ ਹੈਗੇ, ਉੱਥੋਂ ਦਾ ਮੀਡੀਆ ਜਿਹੜਾ ਹੈਗਾ, ਉੱਥੋਂ ਦਾ ਸਿਸਟਮ ਜਿਹੜਾ ਹੈਗਾ, ਉਸ ਨੇ ਝੱਟ ਇਸ ਨੂੰ ਜਿਹੜਾ ਖਾਲਿਸਤਾਨ ਦੇ ਨਾਲ ਜੋੜ ਕੇ ਜਿਹੜਾ ਇਸ ਨੂੰ ਪੇਸ਼ ਕੀਤਾ। ਜਾਂ ਜਿਹੜੀਆਂ ਜਿਵੇਂ ਉਸ ਸਮੇਂ ਜਿਹੜੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਉਸ ਸਮੇਂ ਜਿਹੜੇ ਕਾਮਰੇਡ ਸੀਗੇ ਜਾਂ ਜਿਹੜਾ ਉਹ ਲੋਕੀ ਸੀਗੇ ਜਿਹੜੇ ਕਿ ਇਸ ਸੰਘਰਸ਼ ਨਾਲ ਸਹਿਮਤ ਨਹੀਂ ਸੀਗੇ, ਉਹਨਾਂ ਨੂੰ ਉਸ ਸਮੇਂ ਕਿੱਦਾਂ ਉਹਨਾਂ ਨੇ ਐਕਟੀਵੇਟ ਕਰਕੇ ਉਹਨਾਂ ਨੂੰ ਇਸ ਸੰਘਰਸ਼ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕਰਵਾਈ, ਇਸ ਜਿਹੜਾ ਸੰਘਰਸ਼ ਸੀਗਾ ਉਸ ਸਮੇਂ ਅਨੰਦਪੁਰ ਸਾਹਿਬ ਦੇ ਮਤੇ ਦੇ ਖਿਲਾਫ ਜਿਹੜਾ ਪ੍ਰਚਾਰ ਕਰਵਾਇਆ। ਉਸੇ ਤਰੀਕੇ ਨਾਲ ਅੱਜ ਦੇ ਜਿਹੜੇ ਹੁਣ ਪੰਜਾਬ CPM ਦਾ ਜਿਹੜਾ ਸੁਖਵਿੰਦਰ ਸਿੰਘ ਸੇਖੋਂ ਦਾ ਬਿਆਨ ਆਉਣਾ, ਠੀਕ ਉਸੇ ਸਮੇਂ ਕਿ ਪੰਜਾਬ ਦੀ ਜਿਹੜੀਆਂ ਖਾਲਿਸਤਾਨੀ ਜਿਹੜੀਆਂ ਜਥੇਬੰਦੀਆਂ ਹੈਗੀਆਂ ਇਹਨਾਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ, ਜਾਂ ਇਹ BJP ਦੇ ਲੀਡਰ ਤੇ ਜਿਹੜਾ ਹਮਲਾ ਹੋਣਾ, ਇਹ ਸਾਰਾ ਬਿਲਕੁਲ ਉਸੇ ਸਿਸਟਮ ਦੇ ਅਧੀਨ, ਉਸੇ ਤਰੀਕੇ ਦੇ ਨਾਲ, ਉਸੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲਾ 1 ਸਾਲ ਜਿਹੜਾ ਹੈਗਾ 2022 ਦੀ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਸਾਲ ਹੈਗਾ, ਜਿਵੇਂ ਉਹਨਾਂ ਨੇ BJP ਦਾ ਬਿਆਨ ਵੀ ਆਇਆ ਸੀਗਾ ਕਿ 2022 'ਚ ਜਿਹੜੀ ਪੰਜਾਬ 'ਚ ਜਿਹੜੀ ਸਰਕਾਰ ਜਿਹੜੀ ਹੋਊਗੀ ਉਹ BJP ਦੀ ਹੋਊਗੀ। ਤੇ ਹੋ ਸਕਦਾ ਉਸ ਤੋਂ ਪਹਿਲਾਂ ਜਿਹੜਾ ਇਹ ਪੰਜਾਬ ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਇਹ ਸਾਰਾ ਕੰਟਰੋਲ ਪੰਜਾਬ ਦਾ ਜਿਹੜਾ ਹੈਗਾ ਸੈਂਟਰ ਸਰਕਾਰ ਆਪਣੇ ਹੱਥ ਵਿੱਚ ਲੈ ਕੇ, ਤੇ ਫਿਰ ਜਿਹੜਾ ਪੰਜਾਬ ਦੇ ਵਿੱਚ BJP ਦੀ ਸਰਕਾਰ ਲੈ ਕੇ ਆਉਣੀ, ਜਾਂ ਉੱਥੇ ਜਿਹੜੀ BJP ਦੇ ਜਿਹੜੇ ਕਿੱਦਾਂ ਉਸ ਨੂੰ ਜਿਹੜਾ ਡਾਇਰੈਕਟ ਜਿਹੜਾ ਫਿੱਟ ਕਰਨਾ। ਬੇਸ਼ੱਕ ਅੱਗੇ ਪਹਿਲਾਂ ਉਹ ਅਕਾਲੀ ਸਰਕਾਰ ਦੇ ਥਰੂ ਸਾਰਾ ਕੁਝ ਉਹਨਾਂ ਦਾ ਕਰਦੇ ਸੀਗੇ, ਇਕੱਠੇ ਸੀਗੇ, ਪਰ ਹੁਣ ਜਿਹੜੀ BJP ਦੀ ਜਿਹੜੀ ਹੈਗੀ ਆ ਉਹ ਬਿਲਕੁਲ ਸਾਫ਼ ਤੇ ਸਪਸ਼ਟ ਤੌਰ ਤੇ ਜਿਹੜਾ ਉਹ ਪੰਜਾਬ ਨੂੰ ਜਿਹੜਾ ਆਪਣੇ ਕੰਟਰੋਲ ਦੇ ਵਿੱਚ ਕਰਨਾ ਚਾਹੁੰਦੇ ਆ। ਉਸ ਦਾ ਜਿਹੜਾ ਇੱਕ ਸਭ ਤੋਂ ਵੱਡਾ ਰੀਜ਼ਨ ਜਿਹੜਾ ਇਹ ਵੀ ਹੈਗਾ ਕਿ BJP ਉੱਥੇ ਸਰਕਾਰ ਬਣਾਉਣ ਵਾਸਤੇ ਕਿਉਂ ਕਾਹਲੀ ਹੈ, ਕਿ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਉੱਤਰ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਸਪੈਸ਼ਲ ਫੋਰਸ ਜਿਹੜੀ ਤਿਆਰ ਕੀਤੀ ਆ, ਹਿਟਲਰ ਦੀ ਜਿਹੜੀ ਫੌਜ ਦੇ ਸਪੈਸ਼ਲ ਫੋਰਸ ਦੀ ਤਰਜ਼ ਤੇ ਜਿਹੜੀ ਉਹਨਾਂ ਨੇ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੀ ਤਿਆਰ ਕੀਤੀ ਹੈ। ਉਹਨਾਂ ਨੇ ਜਿਹੜਾ ਉਹਨਾਂ ਦਾ ਉੱਤਰ ਪ੍ਰਦੇਸ਼ ਸਪੈਸ਼ਲ ਸਿਕਿਉਰਿਟੀ ਐਕਟ 2020 ਜਿਹੜਾ ਪਹਿਲਾਂ ਪਾਸ ਕੀਤਾ, ਉਹਦੇ ਤਹਿਤ ਉਹਨਾਂ ਨੇ ਜਿਹੜੀ ਉੱਥੇ ਇੱਕ ਸਪੈਸ਼ਲ ਫੋਰਸ ਤਿਆਰ ਕੀਤੀ ਹੈ, ਜਿਹਨੂੰ ਉੱਥੋਂ ਦਾ ਜਿਹੜਾ ਚੀਫ ਮਿਨਿਸਟਰ ਜਿਹੜਾ ਹੈਗਾ ਜੋਗੀ, ਉਸ ਨੂੰ ਜਿਹੜਾ ਆਪਣਾ ਇੱਕ ਡਰੀਮ ਪ੍ਰੋਜੈਕਟ ਦੱਸ ਰਿਹਾ ਕਿ ਮੇਰਾ ਡਰੀਮ ਪ੍ਰੋਜੈਕਟ ਆ, ਤੇ ਉਹ ਸਪੈਸ਼ਲ ਫੋਰਸ ਤਿਆਰ ਕੀਤੀ। ਆਪਾਂ ਪਿਛਲੇ ਪ੍ਰੋਗਰਾਮ ਵੀ ਤੁਸੀਂ ਸੁਣ ਸਕਦੇ ਆ, ਬੜੀ ਡਿਟੇਲ ਦੇ ਵਿੱਚ ਆਪਾਂ ਜਿਹੜਾ ਪਿਛਲੇ ਸੰਡੇ ਪ੍ਰੋਗਰਾਮ ਕੀਤਾ ਸੀ ਇਸ ਬਾਰੇ ਗੱਲਬਾਤ ਕੀਤੀ ਸੀਗੀ ਕਿ ਉਸ ਜਿਹੜੀ ਉਹ ਸਪੈਸ਼ਲ ਫੋਰਸ ਤਿਆਰ ਕੀਤੀ ਆ, ਉਹਨਾਂ ਨੂੰ ਕਿੱਦਾਂ ਉਹਨਾਂ ਨੇ ਖੁੱਲ੍ਹੇ ਜਿਹੜੇ ਹੱਕ ਦਿੱਤੇ ਆ। ਜਿੱਦਾਂ ਆਪਾਂ ਪੰਜਾਬ ਦੇ ਵਿੱਚ ਆਪਾਂ ਅੱਜ ਗੱਲ ਕਰਦੇ ਹਾਂ ਕਿ ਉਸ ਸਮੇਂ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਚੱਕ ਕੇ ਜਿਹੜਾ ਘਰੋਂ ਲੈ ਕੇ ਜਾਣਾ ਪੁਲਿਸ ਨੇ, ਤੇ ਫਿਰ ਉਹਨਾਂ ਨੂੰ ਗਾਇਬ ਕਰ ਦੇਣਾ, ਤੇ ਅੱਜ ਤੱਕ ਵੀ ਆਪਾਂ ਉਹਨਾਂ ਦਾ ਜਿਹੜਾ ਇਨਸਾਫ ਦੀ ਜਾਂ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਕਿ ਪੁਲਿਸ ਨੇ ਜਿਹੜੇ ਉਹ ਚੱਕੇ, ਪਰ ਉਹ ਕਿਤੇ ਨਾ ਕਿਤੇ ਕੋਈ ਸਬੂਤ ਹੁੰਦਾ ਸੀ, ਕਿਤੇ ਨਾ ਕਿਤੇ ਕੋਈ ਇਹ ਗੱਲਬਾਤ ਹੁੰਦੀ ਸੀਗੀ ਕਿ ਕਿਹੜਾ ਪੁਲਿਸ ਵਾਲਾ ਲੈ ਕੇ ਗਿਆ, ਕਿਹੜੇ ਥਾਣੇ 'ਚ ਲੈ ਕੇ ਗਿਆ। ਪਰ ਜਿਹੜੀ ਇਹ ਪੁਲਿਸ ਜਿਹੜੀ ਇਹ ਸਪੈਸ਼ਲ ਸਿਕਿਉਰਿਟੀ ਫੋਰਸ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਤਿਆਰ ਹੋ ਚੁੱਕੀ ਹੈ, ਉਹਨਾਂ ਨੂੰ ਇੱਥੋਂ ਤੱਕ ਤੇ ਉਹਨਾਂ ਨੇ ਹੱਕ ਦਿੱਤੇ ਹੋਏ ਹੈਗੇ ਆ ਕਿ ਉਹਨਾਂ ਨੂੰ ਕਿਸੇ ਵੀ ਤੁਹਾਨੂੰ ਜੁਡੀਸ਼ੀਅਲ ਰਿਮਾਂਡ ਦੀ, ਕਿਸੇ ਵੀ ਜੁਡੀਸ਼ੀਅਲ ਜਿਹੜਾ ਸਰਚ ਵਾਰੰਟ ਦੀ ਜਾਂ ਕਿਸੇ ਦੀ ਉਹਨਾਂ ਨੂੰ ਲੋੜ ਨਹੀਂ ਗੀ। ਬਿਨਾਂ ਕਿਸੇ ਸਰਚ ਵਾਰੰਟ ਤੋਂ, ਬਿਨਾਂ ਕਿਸੇ ਕੋਰਟ ਆਰਡਰ ਤੋਂ ਉਹ ਕਿਸੇ ਨੂੰ ਵੀ ਚੱਕ ਕੇ ਲੈ ਜਾ ਸਕਦੇ ਆ, ਤੇ ਉਹਦੇ ਤੇ ਕੋਈ ਵੀ ਪੰਜਾਬ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਆ ਉੱਤੇ ਕੋਈ ਕਾਰਵਾਈ ਨਹੀਂ ਕਰ ਸਕਦਾ। ਜੇ ਉੱਥੋਂ ਦੇ ਭਾਰਤ ਦੇ ਕਿਸੇ ਸੁਪਰੀਮ ਕੋਰਟ ਨੇ ਜਾਂ ਕਿਸੇ ਕੋਰਟ ਨੇ ਉਸ ਫੋਰਸ ਦੇ ਅਗੇਂਸਟ ਕੋਈ ਕਾਰਵਾਈ ਕਰਨੀ ਆ, ਤੇ ਉਸ ਨੂੰ ਪਹਿਲਾਂ ਜਿਹੜਾ ਸਟੇਟ ਦਾ ਜਿਹੜਾ ਚੀਫ ਮਿਨਿਸਟਰ ਹੈਗਾ, ਜਿਹੜੀ ਸਰਕਾਰ ਹੈਗੀ, ਉਸ ਤੋਂ ਸਹਿਮਤੀ ਲੈਣੀ ਪਊਗੀ, ਫਿਰ ਉਹ ਉਸ ਫੋਰਸ ਦੇ ਅਗੇਂਸਟ ਕੋਈ ਕਾਰਵਾਈ ਕਰ ਸਕਦੇ ਆ। ਸੋ ਇਹ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਚੀਫ ਮਿਨਿਸਟਰ ਜਿਹਨੂੰ ਆਪਣਾ ਡਰੀਮ ਪ੍ਰੋਜੈਕਟ ਦੱਸਦੇ ਆ, ਜਿਹੜੇ ਖੁਦ ਜਿਹੜੀਆਂ ਇੱਦਾਂ ਦੀਆਂ ਫੋਰਸਾਂ ਲੈ ਕੇ ਆ ਰਹੇ ਆ, ਨਾਜ਼ੀ ਹਿਟਲਰ ਜਿਹੜਾ ਸੀਗਾ ਉਹਦੀ ਤਰਜ਼ ਤੇ ਜਿਹੜਾ ਇਹ ਸਾਰਾ ਕੰਮ ਕਰ ਰਹੇ ਆ, ਉਹ ਕਿੱਥੋਂ ਉਹਨਾਂ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਕਰ ਸਕਣਗੇ ਜਾਂ ਕਿਵੇਂ ਉਹਨਾਂ ਨੂੰ ਸਹਿਮਤੀ ਦੇਣਗੇ ਉਹਨਾਂ ਫੋਰਸਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੀ। ਸੋ ਇਸ ਕਰਕੇ ਜਿਹੜਾ ਵੱਡਾ ਜਿਹੜਾ ਰੀਜਨ ਜਿਹੜਾ ਹੈਗਾ ਕਿ ਇਹ ਪੰਜਾਬ ਨੂੰ ਕੰਟਰੋਲ ਕਰਨ ਦੇ ਲਈ ਪੰਜਾਬ ਦੇ ਵਿੱਚ ਇੱਦਾਂ ਦੀਆਂ ਸਪੈਸ਼ਲ ਸਿਕਿਉਰਿਟੀ ਫੋਰਸਾਂ ਬਣਾਉਣ ਦੇ ਲਈ, ਜਾਂ ਪੰਜਾਬ ਨੂੰ ਜਿਹੜਾ
ਸਿੱਧਾ ਬੀਜੇਪੀ ਦੇ ਹੱਥਾਂ ਦੇ ਲੈਣ ਲਈ ਇਸ ਲਈ ਕਾਹਲੇ ਆ ਕਿ ਉੱਥੇ ਇੱਦਾਂ ਦੀਆਂ ਜਿਹੜੀਆਂ ਸਪੈਸ਼ਲ ਸਿਕਿਉਰਿਟੀ ਫੋਰਸਾਂ ਜਿਹੜੀਆਂ ਬਣਾਈਆਂ ਜਾ ਸਕਣ, ਤਾਂ ਜੋ ਜਿਹੜਾ ਅੱਜ ਆਪਣੇ ਉੱਥੇ ਵੀਰ ਬੈਠੇ ਹੋਏ ਹੈਗੇ ਆ, ਚਾਹੇ ਉਹ ਰੇਲਾਂ ਰੋਕ ਰਹੇ ਆ, ਚਾਹੇ ਕਿਸੇ ਹੋਰ ਰਿਲਾਇੰਸ ਵਾਲਿਆਂ ਦੇ ਪੰਪ ਆ ਜਾਂ ਉਹਨਾਂ ਦੇ ਸਟੋਰ ਆ ਜਿਹੜੇ ਉੱਥੇ ਧਰਨੇ ਲਾ ਕੇ ਬੈਠੇ ਹੋਏ ਹੈਗੇ ਆ, ਤੇ ਤਾਂ ਜੋ ਇਹਨਾਂ ਲੋਕਾਂ ਤੇ ਇੰਨੀ ਫਿਰ ਦਹਿਸ਼ਤ ਪਾਈ ਜਾ ਸਕੇ ਕਿ ਜਿਹੜਾ ਵੀ ਕੋਈ ਇਦਾਂ ਦਾ ਕਾਰਵਾਈ ਕਰੂਗਾ ਉਸ ਨੂੰ ਉਹ ਸਪੈਸ਼ਲ ਸਿਕਿਉਰਿਟੀ ਫੋਰਸ ਵਾਲੇ ਜਿਹੜੇ ਚੱਕ ਕੇ ਲੈ ਜਾਣਗੇ, ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੋਊਗਾ, ਕੋਈ ਸਬੂਤ ਨਹੀਂ ਹੋਊਗਾ। ਤੇ ਜੋ ਵੀ ਜਿਹੜੀ ਆਵਾਜ਼ ਆ ਸਿਸਟਮ ਦੇ ਖਿਲਾਫ ਆਵਾਜ਼ ਉੱਠਦੀ ਆ, ਉਸ ਨੂੰ ਜਿਹੜਾ ਪੱਕੇ ਤਰੀਕੇ ਨਾਲ ਜਿਹੜਾ ਦਬਾਉਣ ਦਾ ਜਿਹੜਾ ਇਹਨਾਂ ਨੇ ਜਿਹੜਾ ਹੱਲ ਜਿਹੜਾ ਲੱਭਿਆ ਹੈਗਾ ਸਪੈਸ਼ਲ ਸਿਕਿਉਰਿਟੀ ਫੋਰਸ ਦੇ ਤੌਰ ਤੇ, ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਆਲਰੇਡੀ ਉਹ ਬਣ ਚੁੱਕੀ ਆ। ਆਉਣ ਵਾਲੇ ਹੋਰ ਮਹੀਨੇ 2 ਮਹੀਨੇ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਗਰਾਊਂਡ ਲੈਵਲ ਤੇ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦੇਣਾ। ਪਹਿਲੇ ਫੇਸ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ 5 ਬਟਾਲੀਅਨਾਂ ਜਿਹੜੀਆਂ, ਜਿਨ੍ਹਾਂ 'ਚ 9,900 ਸਮਥਿੰਗ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀਗੀ ਕਿ ਜਿਹੜੇ ਉਹਨਾਂ ਦੇ ਪਹਿਲੇ ਜਿਹੜੇ ਵਰਕਰ ਹੋਣੇ ਆ ਉਹ ਸਪੈਸ਼ਲ ਸਿਕਿਉਰਿਟੀ ਫੋਰਸ ਦੇ। ਸੋ ਇਸ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹ ਬਹੁਤ ਹੀ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜ਼ੁਲਮ ਦੀ ਜਿਹੜੀ ਇੰਤਹਾ ਜਾਂ ਜਿਹੜੀ ਜ਼ੁਲਮ ਦੀ ਹੱਦ ਆਪਾਂ ਕਹਿ ਸਕਦੇ ਹਾਂ, ਜਿਹੜੀ ਹੋ ਸਕਦਾ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਉਹ ਕਰਨ ਜਾ ਰਹੇ ਆ, ਔਰ ਇਸ ਤਰੀਕੇ ਦੇ ਜਿਹੜੇ ਉਹ ਕਾਨੂੰਨ ਲੈ ਕੇ ਆ ਰਹੇ ਆ। ਸੋ ਉਸੇ ਨੂੰ ਜਿਹੜਾ ਹੁਣ ਵੀ ਜਿਹੜਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਕਿਵੇਂ ਜਿਹੜਾ ਹੈਗਾ ਕਿ ਜਿਹੜੇ ਮਰਡਰ ਕਰਨ ਹੋਣੇ ਜਾਂ ਪੰਜਾਬ ਦੇ ਵਿੱਚ ਜਿਹੜੇ ਮਰਡਰ ਹੋਣੇ, ਜਾਂ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਲਵਿੰਦਰ ਸਿੰਘ ਦਾ ਕਤਲ ਦੀ ਗੱਲ ਕੀਤੀ ਆ, ਜਾਂ ਜਿਹੜੇ ਬੀਜੇਪੀ ਤੇ ਹਮਲਾ ਹੋਇਆ, ਜਾਂ ਜਿਹੜਾ ਉੱਥੋਂ ਦਾ ਜਿਹੜਾ CPM ਦਾ ਜਿਹੜਾ ਹੈਗਾ ਬਿਆਨ ਦੇਣੇ, ਇਹ ਸਾਰਾ ਇੱਕ ਪੂਰਾ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜਾ ਉੱਥੇ ਕੀਤਾ ਜਾ ਰਿਹਾ। ਸੋ ਆਪਾਂ ਨੂੰ ਸਾਰਿਆਂ ਨੂੰ ਬੜਾ ਸੁਚੇਤ ਹੋਣ ਦੀ ਲੋੜ ਹੈ, ਇਸ ਬਾਰੇ ਸੋਚਣ ਦੀ ਲੋੜ ਆ। ਜਿੱਦਾਂ ਆਪਾਂ ਬਲਵਿੰਦਰ ਸਿੰਘ ਦੇ ਜਿਹੜਾ ਬਲਵਿੰਦਰ ਸੀਗਾ ਜਿਹੜਾ ਉਹਦੇ ਕਤਲ ਦੀ ਵੀ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਸੀਗਾ ਉੱਤੇ ਰੇਪ ਦੇ ਕੇਸ ਵੀ ਸੀਗੇ ਜਿਹੜੇ, ਜਾਂ ਉਸ ਸਮੇਂ ਸੰਘਰਸ਼ ਦੇ ਵਿੱਚ ਕਿੰਨੇ ਜਿਹੜਾ ਉਹਨੇ ਜਿਹੜੇ ਨੌਜਵਾਨਾਂ ਨੂੰ, ਜਿਹੜਾ ਸਿੱਖ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਨੇ ਮੁਖਬਰੀਆਂ ਕਰ ਕਰਕੇ ਜਿਹੜਾ ਜੇਲ੍ਹਾਂ ਦੇ ਵਿੱਚ ਪੁਲਿਸ ਨੂੰ ਫੜਵਾਇਆ, ਜੇਲ੍ਹਾਂ 'ਚ ਕਰਵਾਇਆ, ਜਾਂ ਜਿਹੜੇ ਉਹ ਮਾਰ ਮੁਕਾ ਦਿੱਤੇ ਗਏ। ਜਿਵੇਂ ਆਪਾਂ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਵੀਡੀਓ ਰਾਹੀਂ ਆਪਾਂ ਇੱਕ ਪੁੱਲੇ ਦੀ ਗੱਲ ਵੀ ਕੀਤੀ ਸੀਗੀ, ਕਿਸ ਤਰੀਕੇ ਨਾਲ ਪੁੱਲੇ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਹੋਰ ਜਿਹੜੇ ਪਰਿਵਾਰਾਂ ਦੇ ਉੱਪਰ ਕਹਿ ਢਾਇਆ ਸੀਗਾ। ਇਹ ਉਸੇ ਕੜੀ ਦਾ ਹੀ ਜਿਹੜਾ ਬਲਵਿੰਦਰ ਸਿੰਘ ਜਿਹੜਾ ਸੀਗਾ, ਇਹ ਉਸੇ ਕੜੀ ਦਾ ਜਿਹੜਾ ਹਿੱਸਾ ਸੀਗਾ। ਉਸੇ ਟਾਊਟ ਗਰੁੱਪ ਜਿਹੜਾ ਸੀਗਾ ਉਹਨਾਂ ਦਾ ਨਾਲ ਦਾ ਜਿਹੜਾ ਇਹ ਸੀਗਾ ਬੰਦਾ ਸੀਗਾ, ਜਿਹਨੇ ਉਸ ਸਮੇਂ ਸੰਘਰਸ਼ ਨੂੰ ਜਿਹੜਾ ਤਾਰੋ ਪੀੜ ਕਰਨ ਦੇ ਲਈ ਸੰਘਰਸ਼ ਦੇ ਵਿੱਚ ਜਿਹੜੇ ਆਪਣੇ ਨੌਜਵਾਨ ਸੀਗੇ ਉਹਨਾਂ ਦੀਆਂ ਮੁਖਬਰੀਆਂ ਕੀਤੀਆਂ। ਉਸ ਦਾ ਜਿਹੜਾ ਕਤਲ ਹੋਣਾ, ਆਪਾਂ ਕਈ ਵਾਰੀ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਕਈ ਵਾਰੀ ਆਪਾਂ ਥੋੜ੍ਹੇ ਜਜ਼ਬਾਤੀ ਹੋ ਕੇ ਆਪਾਂ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਂ ਆਪਣੇ ਕਿਸੇ ਪਲੇਟਫਾਰਮ ਰਾਹੀਂ ਆਪਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਕਰਦੇ ਹਾਂ ਕਿ ਜਿਹੜਾ ਬਲਵਿੰਦਰ ਸੀਗਾ ਉਹਨੂੰ ਉਹਦੇ ਕਰੀਤੇ ਦੀ ਸਜ਼ਾ ਦੇਤੀ, ਸਿੰਘਾਂ ਨੇ ਉਹਦਾ ਭੋਗ ਪਾਤਾ, ਸਿੰਘਾਂ ਨੇ ਉਹਨੂੰ ਗੱਡੀ ਚਾੜ੍ਹਤਾ। ਆਪਾਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੋ ਸਕਦਾ ਕਿ ਕਿਸੇ ਨੇ ਜਿਹਦੇ ਭੈਣ ਭਰਾ ਮਾਂ ਪਿਓ ਜਿਨ੍ਹਾਂ ਨੂੰ ਉਹਨੇ ਗ੍ਰਿਫਤਾਰ ਕਰਾਇਆ ਸੀ ਜਾਂ ਜਿਨ੍ਹਾਂ ਨੂੰ ਸ਼ਹੀਦ ਕਰਾਇਆ ਸੀਗਾ, ਉਹਨਾਂ 'ਚੋਂ ਕਿਸੇ ਨੇ ਉਹ ਆਪਣਾ ਜਿਹੜਾ ਉਸ ਚੀਜ਼ ਦਾ ਜਿਹੜਾ ਆਪਣਾ ਬਦਲਾ ਲਿਆ ਹੋਵੇ, ਆਪਣਾ ਜਿਹੜਾ ਗੁੱਸਾ ਕੱਢਿਆ ਹੋਵੇ। ਪਰ ਜ਼ਿਆਦਾ ਜਿਹੜੇ ਚਾਂਸ ਜਿਹੜੇ ਹੈਗੇ ਆ ਉਹ ਇੱਥੇ ਇਹੀ ਲੱਗਦੇ ਆ ਕਿ ਜੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਿੱਦਾਂ ਆਪਾਂ ਇਤਿਹਾਸ ਨੂੰ ਦੇਖਦੇ ਹਾਂ, ਜ਼ਿਆਦਾ ਜਿਹੜੇ ਚਾਂਸ ਇਹੀ ਲੱਗਦੇ ਆ ਕਿ ਸਰਕਾਰ ਜਿਹੜੀ ਹੈਗੀ ਆ ਜਦੋਂ ਉੱਥੋਂ ਦਾ ਮਾਹੌਲ ਜਿਹੜਾ ਉਹ ਖਰਾਬ ਕਰਨਾ ਚਾਹੁੰਦੀ ਆ, ਕਿਸੇ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੀ ਆ, ਤੇ ਸਰਕਾਰ ਖੁਦ ਜਿਹੜੀ ਹੈਗੀ ਆ ਇੱਦਾਂ ਦੀਆਂ ਪਿਛਲੇ ਇਤਿਹਾਸ ਦੇ ਵਿੱਚ ਵੀ ਸਰਕਾਰ ਨੇ ਇਹ ਜਿਹੜੀਆਂ ਭਾਰਤ ਸਿਸਟਮ ਜਿਹੜੀਆਂ ਉਹਨੀਆਂ ਕਾਰਵਾਈਆਂ ਕੀਤੀਆਂ। ਤੇ ਹੁਣ ਵੀ ਇਹ ਹੋ ਸਕਦਾ ਕਿ ਸਰਕਾਰ ਦੀ ਜਿਹੜੀ ਆਪਣੀ ਚਾਲ ਹੋਵੇ ਕਿ ਜਿਹੜਾ ਉਸਦਾ ਕਤਲ ਕਰਵਾ ਕੇ ਤੇ ਕਿਵੇਂ ਉਸ ਨੂੰ ਜਿਹੜਾ ਰੈਫਰੈਂਡਮ 2020 ਦੀ ਕੰਪੇਨ ਨਾਲ ਜੋੜਿਆ ਜਾਵੇ, ਜਾਂ ਜਿਹੜਾ ਹੁਣ ਪੰਜਾਬ ਦੇ ਵਿੱਚ ਜੋ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ, ਜਿਹੜਾ ਸੰਘਰਸ਼ ਚੱਲ ਰਿਹਾ, ਕਿਸ ਤਰੀਕੇ ਨਾਲ ਜਿਹੜੀ ਹੈਗੀ ਆ ਉਸ ਨੂੰ ਜਿਹੜਾ ਉਸ ਤੋਂ ਨਿਗਾਹ ਹਟਾ ਕੇ ਕਿਸੇ ਹੋਰ ਬੰਨੇ ਉਸ ਦੀ ਨਿਗਾਹ ਜਿਹੜੀ ਕੀਤੀ ਜਾਵੇ। ਹਰ ਹਿੱਲਾ ਜਿਹੜਾ ਸਿਸਟਮ ਜਿਹੜਾ ਉੱਥੋਂ ਦਾ ਹੈਗਾ ਉਹ ਵਰਤਦਾ ਕਿ ਕਿਸ ਤਰੀਕੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਸੰਘਰਸ਼ ਹੈ ਇਹਨੂੰ ਦਬਾਇਆ ਜਾਵੇ। ਪਿੱਛੇ ਜੇ ਆਪਾਂ ਦੇਖਿਆ ਕਿ ਉੱਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਜਿਹੜੀ ਇੱਕ ਵਾਰੀ ਹੋਰ ਹੋਣੀ, ਜਾਂ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ, ਇਹ ਬਿਲਕੁਲ ਜਿਹੜਾ ਉਹ ਸੰਘਰਸ਼ ਨੂੰ ਜਿਹੜਾ ਢਾਹ ਲਾਉਣ ਦੇ ਲਈ, ਉਹ ਸੰਘਰਸ਼ ਤੋਂ ਜਿਹੜਾ ਧਿਆਨ ਪਾਸੇ ਕਰਨ ਦੇ ਲਈ ਜੋ ਉੱਥੇ ਕਿਸਾਨ ਵੀਰਾਂ ਦਾ ਜਿਹੜਾ ਚੱਲ ਰਿਹਾ
ਹੋਰ ਵੀ ਜਿਹੜਾ ਵਰਲਡ ਵਾਈਡ ਜਿਹੜਾ ਸੰਘਰਸ਼ ਹੈ ਜਿਹੜਾ ਇਸ ਸਮੇਂ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਵੀ ਜਿਹੜੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿੱਦਾਂ ਯੂਰਪ ਦੇ ਵਿੱਚ ਵੱਖੋ ਵੱਖ ਸ਼ਹਿਰਾਂ ਦੇ ਵਿੱਚ, UK ਦੇ ਵਿੱਚ, USA ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਹੋਰ ਵੱਖੋ ਵੱਖ ਸ਼ਹਿਰਾਂ ਦੇ ਸਾਰੇ ਬਾਹਰ ਵੀ ਜਿਹੜੇ ਇਸ ਨੂੰ ਲੈ ਕੇ ਜਿਹੜੇ ਪ੍ਰੋਟੈਸਟ ਜਿਹੜੇ ਹੋ ਰਹੇ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇੱਥੇ ਨਿਊਯਾਰਕ ਦੇ ਵਿੱਚ ਵੀ ਜਿਹੜਾ 24 ਅਕਤੂਬਰ ਨੂੰ ਜਿਹੜਾ ਪ੍ਰੋਟੈਸਟ ਜਿਹੜਾ ਰੱਖਿਆ ਗਿਆ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੀ ਈਸਟ ਕੋਸਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਜਿਹੜਾ ਕਿਸਾਨ ਬਚਾਓ ਪੰਜਾਬ ਬਚਾਓ ਰੋਸ ਮੁਜ਼ਾਹਰਾ ਜਿਹੜਾ ਰੱਖਿਆ 24 ਅਕਤੂਬਰ ਨੂੰ ਵੀ ਦਿਨ ਸ਼ਨੀਵਾਰ ਆ, ਜਿਹੜਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਭਾਰਤੀ ਕੌਂਸਲੇਟ ਦੇ ਸਾਹਮਣੇ ਵਾਸ਼ਿੰਗਟਨ DC ਦੇ ਵਿੱਚ, ਮੈਂ ਮਾਫੀ ਚਾਹੁੰਦਾ, ਸੌਰੀ ਮੈਂ ਪਹਿਲਾਂ ਨਿਊਯਾਰਕ ਕਹਿਤਾ, ਵਾਸ਼ਿੰਗਟਨ DC ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ। ਸੋ ਹਰ ਬੰਨੇ ਜਿਹੜੇ ਇਹ ਹੀਲੇ ਹੋ ਰਹੇ ਆ ਤੇ ਇਹ ਜਿਹੜਾ ਆਪਣੇ ਸੰਘਰਸ਼ ਜਿਹੜਾ ਹੈਗਾ ਕਿ ਇਸ ਨੂੰ ਜਿਹੜਾ ਸਹਿਯੋਗ ਮਿਲ ਰਿਹਾ, ਪਰ ਆਪਾਂ ਨੂੰ ਬਹੁਤ ਜਿਹੜਾ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸੁਚੇਤ ਰਹਿਣ ਦੀ ਤੇ ਸੰਭਲ ਕੇ ਜਿਹੜੀ ਇਹ ਆਪਾਂ ਨੂੰ ਚੱਲਣ ਦੀ ਲੋੜ ਹੈ ਇਸ ਸਮੇਂ। ਕਿਉਂਕਿ ਕਈ ਵਾਰੀ ਆਪਣੇ ਹੁੰਦਾ ਕਿ ਜਿਹੜੇ ਲੋਕ ਆਪਣੇ ਲੀਡਰ ਜਿਹੜੇ ਬਣੇ ਹੋਏ ਹੁੰਦੇ ਆ, ਹਾਂ ਚਾਹੇ ਉਹ ਪੰਜਾਬ ਦਾ ਇਸ ਸਮੇਂ ਦਾ ਸੰਘਰਸ਼ ਚੱਲ ਰਿਹਾ ਹੋਵੇ, ਚਾਹੇ ਆਪਾਂ ਪਿਛਲੇ ਸੰਘਰਸ਼ ਦਾ ਵੀ ਦੇਖ ਲਈਏ, ਕਿ ਕਈ ਵਾਰੀ ਆਪਣੇ ਇਹਨਾਂ ਸਟੇਜਾਂ ਤੇ ਆਣ ਕੇ, ਇਹਨਾਂ ਮੌਕਿਆਂ ਤੇ ਆਣ ਕੇ ਉਹ ਲੋਕ ਆਪਣੇ ਲੀਡਰ ਬਣ ਜਾਂਦੇ ਆ ਜਿਹੜੇ ਉਹ ਸਰਕਾਰਾਂ ਦੇ ਨਾਲ ਮਿਲੇ ਹੋਏ ਹੁੰਦੇ ਆ। ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਇਸ ਸੰਘਰਸ਼ ਨੂੰ ਜਿਹੜਾ ਤਾਰ-ਉਪੀੜ ਕੀਤਾ ਜਾਵੇ, ਤੇ ਜੇ ਕੋਈ ਇਸ ਦੇ ਵਿੱਚੋਂ ਕੋਈ ਰੋਹ ਉੱਠ ਰਿਹਾ, ਕਿਵੇਂ ਉਸ ਨੂੰ ਰੋਹ ਨੂੰ ਦਬਾਉਣਾ ਜਾਂ ਉਸ ਨੂੰ ਜਿਹੜਾ ਉਹਦੀ ਦਿਸ਼ਾ ਕਿੱਦਾਂ ਚੇਂਜ ਕਰਨੀ, ਉਹਨੂੰ ਦੂਸਰੇ ਬੰਨੇ ਕਿੱਦਾਂ ਲੈ ਕੇ ਜਾਣਾ ਕਿ ਤਾਂ ਜੋ ਉਹਦਾ ਜਿਹੜਾ ਅਸਰ ਜਿਹੜਾ ਘੱਟ ਤੋਂ ਘੱਟ ਹੋਵੇ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਕਿ ਸਰਬੱਤ ਖਾਲਸਾ ਦੇ ਸਮੇਂ ਜਿਹੜਾ ਆਪਣੇ ਸਤਨਾਮ ਸਿੰਘ ਮਨਾਵਾਂ ਕਰਕੇ ਜਿਹੜਾ ਆਪਣੇ ਸਟੇਜ ਦੇ ਉੱਪਰ ਬੜਾ ਵੱਡਾ ਜਿਹੜਾ ਰੋਲ ਨਿਭਾ ਰਿਹਾ ਸੀਗਾ 2016 ਦੇ ਸਰਬੱਤ ਖਾਲਸਾ ਦੇ ਮੌਕੇ ਤੇ। ਅੱਜ ਆਪਾਂ ਦੇਖਿਆ ਕਿ ਜਦੋਂ ਬਲਵਿੰਦਰ ਦਾ ਜਿਹੜਾ ਕਤਲ ਹੁੰਦਾ ਤੇ ਇੱਕ ਨਾਲ ਉਹਦੇ ਹਰਮਿੰਦਰ ਗਿੱਲ ਜਿਹੜਾ ਮੈਨੂੰ ਲੱਗਦਾ ਕਿ ਉਹ ਕਾਂਗਰਸ ਦਾ ਕੋਈ ਲੀਡਰ ਹੈਗਾ, ਚਲੋ ਉਹਦੀ ਤਾਂ ਗੱਲ ਛੱਡੋ ਕਿ ਉਹ ਤਾਂ ਹੈ ਹੀ ਜਿਹੜੇ ਉਸ ਜਮਾਤ ਦੇ ਨਾਲ ਜਿਹੜੇ ਰਲੇ ਹੋਏ ਹੈਗੇ ਆ, ਪਰ ਇਹ ਜਿਹੜੇ ਸਤਨਾਮ ਸਿੰਘ ਮਨਾਵਾਂ ਵਰਗੇ ਜਾਂ ਇਹ ਲੋਕ ਜਿਹੜੇ ਹੈਗੇ ਆ, ਕਿਵੇਂ ਉਸ ਬੰਦੇ ਦੇ ਜਿਹੜਾ ਸ਼ਰੇਆਮ ਜੱਗ ਜ਼ਾਹਰ ਜਿਹੜਾ ਹੈਗਾ, ਆਪਾਂ ਨੂੰ ਪਤਾ ਹੈਗਾ ਕਿ ਉਹ ਕਿਵੇਂ ਉਹ ਸੰਘਰਸ਼ ਨੂੰ ਉਹਨੇ ਤਾਰ ਪੀੜੋ ਕੀਤਾ, ਸੰਘਰਸ਼ ਤੇ ਜਿਹੜੇ ਢਾਲ ਲਾਈ ਤੇ ਉਹਦੇ ਜਿਹੜੇ ਉੱਥੇ ਪਹੁੰਚੇ ਹੋਏ ਆ, ਜਦੋਂ ਉਹਦਾ ਕਤਲ ਹੋਇਆ ਉੱਥੇ ਅਫਸੋਸ ਕਰਨ ਵਾਸਤੇ ਪਹੁੰਚੇ ਹੋਏ ਆ। ਸੋ ਆਪਣੇ ਨਾਲ ਨਿਊਯਾਰਕ ਤੋਂ ਭਾਈ ਹਿੰਮਤ ਸਿੰਘ ਜੀ ਹੋਣੀ ਆਪਣੇ ਨਾਲ ਕਾਲ ਤੇ ਆ, ਜਿਹੜੇ ਉਹ ਪ੍ਰੋਟੈਸਟ ਦੇ ਬਾਰੇ ਜਿਹੜਾ ਹੋ ਜਾ ਰਿਹਾ ਉਹਦੇ ਉੱਪਰ ਜਾਣਕਾਰੀ ਆਪਾਂ ਨੂੰ ਦੇਣਗੇ। ਪਹਿਲਾਂ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਜਿਹੜੀ ਗੱਲਬਾਤ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਭਾਈ ਹਿੰਮਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਕੁਲਵਿੰਦਰ ਸਿੰਘ ਜੀ, ਤੁਹਾਨੂੰ ਤੇ ਸਮੂਹ ਸਰੋਤੇ ਜੋ ਇਸ ਵੇਲੇ ਸਰਵਣ ਕਰ ਰਹੇ ਆ TVSP ਨੂੰ, ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਆਪਣੇ ਇੱਕ ਤਾਂ ਸਾਨੂੰ ਜ਼ਰੂਰ ਤੁਸੀਂ ਜਿਹੜੇ ਆ 24 ਤਰੀਕ ਨੂੰ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਪੰਜਾਬ ਬਚਾਓ, ਕਿਸਾਨ ਬਚਾਓ, ਪੰਜਾਬ ਬਚਾਓ ਜਿਹੜੀ ਰੈਲੀ ਰੱਖੀ ਹੈ, ਰੋਸ ਮੁਜ਼ਾਹਰਾ ਰੱਖਿਆ, ਉਹਦੇ ਬਾਰੇ ਤੇ ਜੋ ਬਾਕੀ ਜਿਹੜਾ ਪੰਜਾਬ ਦੇ ਵਿੱਚ ਵੀ ਜੋ ਕਿਸਾਨ ਸੰਘਰਸ਼ ਚੱਲ ਰਿਹਾ ਉਸ ਦੇ ਬਾਰੇ ਜ਼ਰੂਰ ਤੁਸੀਂ ਆਪਣੇ ਵਿਚਾਰ ਦਿਓ ਜੀ। ਕੁਲਵਿੰਦਰ ਸਿੰਘ ਜੀ, ਦੇਖੋ ਜਿਹੜਾ 24 ਤਰੀਕ ਨੂੰ ਆਪ ਜੀ ਨੇ ਦੱਸਿਆ ਦਿਨ ਸ਼ਨਿਚਰਵਾਰ ਅਕਤੂਬਰ 24, ਇਹ ਇੰਡੀਅਨ ਐਮਬੈਸੀ ਵਾਸ਼ਿੰਗਟਨ DC ਜਿਹੜਾ ਪ੍ਰੋਟੈਸਟ ਰੱਖਿਆ ਆ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ ਪੰਜਾਬੀਅਤ ਜਿਹੜੇ ਕਿਰਤੀ ਲੋਕ ਆ, ਜੋ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਆ, ਮਜ਼ਦੂਰ ਆ, ਉਹਨਾਂ ਦੇ ਵਾਸਤੇ ਹਾਂ ਦਾ ਨਾਰਾ ਮਾਰਨ ਵਾਸਤੇ ਪਿਛਲੇ ਦਿਨੀ ਆਪ ਜੀ ਨੇ ਦੇਖਿਆ ਹੋਏਗਾ UN ਦੇ ਗਾੜੀ ਵੀ ਜਿਹੜਾ ਪ੍ਰੋਟੈਸਟ ਜਿਹੜਾ ਉਹ ਸਮੁੱਚੀਆਂ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੇ ਨਾਲ ਨਿਊਯਾਰਕ ਦੇ ਵਿੱਚ ਬੜਾ ਕਾਮਯਾਬ ਮੁਜ਼ਾਹਰਾ ਜਿਹੜਾ ਆ ਉਹ UN ਦੇ ਅੱਗੇ ਹੋਇਆ ਸੀ। ਤੇ ਹੁਣ ਇਹ ਤੋਂ ਅਗਲੀ ਕੜੀ ਜਿਹੜੀ ਆ ਉਹ ਅਸੀਂ ਵਾਸ਼ਿੰਗਟਨ DC ਈਸਟ ਕੋਸਟ ਦੇ ਵਿੱਚ ਰੱਖਿਆ। ਉੱਥੇ ਇਹਦੇ ਕਈ ਕਾਰਨ ਹੈਗੇ ਆ ਕਿ ਅਸੀਂ ਜਿੱਥੇ ਆਪਣੇ ਜਿਹੜੇ ਕਿਸਾਨ ਭਰਾ, ਕਿਉਂਕਿ ਜਿਹੜੇ ਵਿਦੇਸ਼ਾਂ ਵਿੱਚ ਸਿੱਖ ਵਸਦੇ ਆ, ਉਹਨਾਂ ਦੀਆਂ ਜ਼ਮੀਨਾਂ ਵੀ ਪੰਜਾਬ ਦੀ ਧਰਤੀ ਤੇ ਕਿਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਕਿਸਾਨ ਜਿਹੜੇ ਵਿਦੇਸ਼ਾਂ 'ਚ ਵਸੇ ਹੋਏ ਆ, ਉਹ ਸਾਰਿਆਂ ਨੂੰ ਪੇਨ ਇਹ ਕਾਲੇ ਕਾਨੂੰਨ ਦੀ ਬਰਾਬਰ ਹੋਈ ਆ। ਸੋ ਇਸ ਕਰਕੇ ਅਸੀਂ ਇੰਡੀਅਨ ਐਮਬੈਸੀ ਦੇ ਅੱਗੇ ਰੱਖਿਆ, ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਭਾਰਤੀ ਸਟੇਟ ਨੂੰ, ਕਿ ਤੁਹਾਡੇ ਜਿਹੜੇ BJP ਨੇ ਕਾਲੇ ਕਾਨੂੰਨ ਮੋਦੀ ਨੇ ਲਿਆਂਦੇ ਆ, ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਔਰ
ਅਸੀਂ ਬਹੁਤ ਵੱਡੀ ਤਾਦਾਦ ਵਿੱਚ ਜਿਹੜੇ ਆ ਸਿੱਖ ਪੂਰੇ ਨਾਰਥ ਈਸਟ ਕੋਸਟ ਤੋਂ ਸਿੱਖ ਸੰਗਤਾਂ ਉਸ ਦਿਨ ਵਾਸ਼ਿੰਗਟਨ ਡੀਸੀ 24 ਤਰੀਕ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਤਕਰੀਬਨ ਇਹ ਪ੍ਰੋਟੈਸਟ ਹੋਏਗਾ, ਜਿਹਦੇ ਵਿੱਚ ਅਸੀਂ ਕਿਸਾਨਾਂ ਦੀ ਗੱਲ ਕਰਨੀ ਔਰ ਕਾਲੇ ਕਾਨੂੰਨਾਂ ਦਾ ਜਿਹੜਾ ਹੈ ਵਿਰੋਧ ਕਰਨਾ, ਜਿਹੜੇ ਕਿਸਾਨੀ ਦੇ ਉੱਤੇ ਨੇ ਆਪਣੀ ਪਾਵਰ ਦੇ ਨਸ਼ੇ ਦੇ ਵਿੱਚ ਨਰਿੰਦਰ ਮੋਦੀ ਇੱਕ ਤੋਂ ਇੱਕ ਜਿਹੜੇ ਕਾਨੂੰਨ ਬਿੱਲ ਪਾਸ ਕਰ ਰਿਹਾ, ਜਿਹੜੇ ਕਿ ਘੱਟ ਗਿਣਤੀਆਂ ਵਾਸਤੇ ਔਰ ਖਾਸ ਕਰਕੇ ਪੰਜਾਬੀਅਤ ਵਾਸਤੇ ਘਾਤਕ ਹੁੰਦੇ ਹਨ। ਸੋ ਇਸ ਗੱਲ ਵਾਸਤੇ ਅਸੀਂ ਹਮੇਸ਼ਾ ਜਿਹੜਾ ਪਹਿਰਾ ਦਿੰਦੇ ਹਾਂ। ਸੋ ਇਸ ਵਾਰੀ ਜਿਹੜਾ ਉਹ ਬਿੱਲ ਦਾ ਅਸੀਂ ਵਿਰੋਧ ਕਰਨ ਵਾਸਤੇ ਵਾਸ਼ਿੰਗਟਨ ਡੀਸੀ ਜੁੜ ਰਹੇ ਹਾਂ ਧਰਤੀ ਤੇ, ਕਿ ਉੱਥੇ ਬੇਨਤੀ ਹੈ ਜੀ ਸਮੁੱਚੀਆਂ ਸੰਗਤਾਂ ਨੂੰ ਕਿ ਇਹਨਾਂ ਲੋਕਾਂ ਦਾ ਵਿਰੋਧ ਅਸੀਂ ਡਟ ਕੇ ਕਰਦੇ ਰਹੀਏ। ਇਹ ਜਿਹੜਾ ਆ ਇਹ ਆਪਣੀ ਪਾਵਰ ਦੇ ਨਸ਼ੇ ਦੇ ਵਿੱਚ ਨਰਿੰਦਰ ਮੋਦੀ ਇਹਨੂੰ ਇਹ ਭੁੱਲ ਗਿਆ ਕਿ ਗਦਾਫੀ ਵਰਗਿਆਂ ਦਾ, ਸਦਾਮ ਹੁਸੈਨ ਵਰਗਿਆਂ ਦਾ ਜੋ ਹਾਲ ਕੁੱਲ ਦੁਨੀਆ ਨੇ ਦੇਖਿਆ ਆ ਕਿ ਕਿਵੇਂ ਉਹਨਾਂ ਨੂੰ ਜਿਹੜਾ ਆ ਉੱਥੇ ਦੀ ਆਵਾਮ ਨੇ ਗਦਾਫੀ ਵਰਗਿਆਂ ਨੂੰ ਜਿਹੜਾ ਆ ਉਹ ਲਾਂਭੇ ਕੀਤਾ ਆ। ਤੇ ਇੱਕ ਦਿਨ ਇਹਦੇ ਵੀ ਉਹੀ ਹਾਲ ਜਿਹੜਾ ਮੋਦੀ ਦਾ ਜੋ ਇਹ ਪਾਵਰ ਦੇ ਨਸ਼ੇ 'ਚ ਅੱਲਾ ਹੋਇਆ ਆ, ਉਹ ਇਹਦੇ ਨਾਲ ਵੀ ਉਹ ਹਾਲ ਹੋਣਾ ਆ। ਸੋ ਜਦੋਂ ਹੁਣ ਅਸੀਂ ਦੇਖਦੇ ਹਾਂ ਪੰਜਾਬ ਦੀ ਧਰਤੀ ਤੇ ਹਰਿਆਣੇ ਦੇ ਵਿੱਚ ਥਾਂ ਪਰ ਥਾਂ ਜਿਹੜੇ ਮੁਜ਼ਾਹਰੇ ਧਰਨੇ ਪ੍ਰੋਟੈਸਟ ਹੋ ਰਹੇ ਆ, ਜਿਹੜਾ ਵੱਡਾ ਪ੍ਰੋਟੈਸਟ ਆ ਉਹ ਲਗਾਤਾਰ ਸ਼ੰਭੂ ਬਾਰਡਰ ਤੇ ਸਿੱਖ ਜਥੇਬੰਦੀਆਂ ਇਹਨਾਂ ਧਰਨਿਆਂ ਨੂੰ ਸਾਡੇ ਜਿਹੜੇ ਸੂਝਵਾਨ ਸਿੱਖ ਕਿਸਾਨ ਜਥੇਬੰਦੀਆਂ ਔਰ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਉਹ ਅਨੰਦਪੁਰ ਸਾਹਿਬ ਦੇ ਮਤੇ ਵੱਲ ਨੂੰ ਵੀ ਗੱਲ ਲਿਆ ਰਹੇ ਆ। ਇਹ ਬੜੀ ਚੰਗੀ ਗੱਲ ਆ ਕਿ ਵੱਧ ਅਧਿਕਾਰਾਂ ਦੀ ਗੱਲ ਕਰਨੀ, ਵੀ ਕਿਸਾਨੀ ਦੇ ਨਜ਼ਰੀਏ ਦੇ ਨਾਲ ਅੱਜ ਜੋ ਸਮਾਂ ਬਣਿਆ ਆ, ਲੋਕੀ ਜਾਗੇ ਨਾ ਤੇ ਉਹ ਭਾਵੇਂ ਉਹ ਟ੍ਰੇਨਾਂ ਦੀਆਂ ਟਰੈਕ ਦੇ ਉੱਤੇ ਸੁੱਤੇ ਪਏ ਆ, ਉੱਥੇ ਉਹਨਾਂ ਨੇ ਟ੍ਰੇਨਾਂ ਤੱਕ ਜਾਮ ਕੀਤਾ ਹੋਇਆ। ਅਵਾਨੀਆਂ ਦੇ ਜਿਹੜੇ ਮਾਲ ਵਗੈਰਾ, ਇਹਨਾਂ ਦੇ ਗੈਸ ਸਟੇਸ਼ਨ, ਪੈਟਰੋਲ ਪੰਪ, ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਟੈਸਟ ਜਿਹੜੇ ਉਹ ਧਰਨੇ ਚੱਲ ਰਹੇ ਆ। ਪਰ ਇੱਕ ਖਾਸ ਦਾ ਇਹ ਵੀ ਆ ਵੀ ਜਿਵੇਂ ਹੁਣ ਕੈਪਟਨ ਨੇ ਜਿਹੜਾ ਆ ਇਹ ਵੀ ਡਰਾਮੇਬਾਜ਼ੀ ਕਰਨੀ ਆ ਕਿ ਹੋ ਸਕਦਾ ਇਹ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਕੱਲ ਨੂੰ ਅਜਲਾਸ ਜਿਹੜਾ ਵਿਧਾਨ ਸਭਾ ਦਾ ਸੱਦਿਆ ਉਹਦੇ ਕੋਈ ਇਸ ਤਰ੍ਹਾਂ ਦਾ, ਕਿਉਂਕਿ ਬੀਜੇਪੀ ਇਹ ਤਾਂ ਇਹਨਾਂ ਨੇ ਆਪਣੀ ਜਿਹੜੀ ਪੋਲੀਟਿਕਸ ਵੋਟਾਂ ਦੀ ਰਾਜਨੀਤੀ ਕਰਨੀ ਆ। ਸੋ ਹੋ ਸਕਦਾ ਹੈ ਕੱਲ ਨੂੰ ਕੋਈ ਵਿਧਾਨ ਸਭਾ ਦੇ ਵਿੱਚ ਕੁਛ ਏਦਾਂ ਦੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਇਹ ਕਾਂਗਰਸੀ ਜਿਹੜੀ ਸਰਕਾਰ ਆ ਕੈਪਟਨ ਦੀ, ਉਹ ਵੀ ਕੁਛ ਪਾਵੇ, ਬਿੱਲ ਪਾਸ ਕਰੇ, ਮਤਾ ਕੋਈ। ਪਰ ਇੱਕ ਚੀਜ਼ ਸਾਨੂੰ ਨੈਕਸਟ ਫਿਰ ਉਹਨਾਂ ਮਤਿਆਂ ਬਿੱਲਾਂ ਦੇ ਉੱਤੇ ਜਿਹੜਾ ਵਿਧਾਨ ਸਭਾ 'ਚ ਪਾਸ ਹੋਣਾ ਹੁੰਦਾ, ਤਾਂ ਉਹ ਸਟੇਟ ਦਾ ਜਿਹੜਾ ਗਵਰਨਰ ਆ ਉਹਨੇ ਬਿੱਲ ਤੇ ਸਾਈਨ ਕਰਨੇ ਹੁੰਦੇ ਆ, ਤਾਂ ਫਿਰ ਉਹ ਹੈਗਾ ਬੀਜੇਪੀ ਸਰਕਾਰ ਦਾ ਬੰਦਾ, ਤਾਂ ਫਿਰ ਉਹਨੇ ਸਾਈਨ ਨਹੀਂ ਕਰਨੇ, ਗੱਲ ਉੱਥੇ ਦੀ ਉੱਥੇ ਹੀ ਲਟਕ ਜਾਣੀ ਆ। ਤੇ ਸਾਨੂੰ ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ, ਖਾਸ ਕਰਕੇ ਪੰਜਾਬੀਅਤ ਨੂੰ, ਕਿ ਇਹ ਜਿਹੜੇ ਕਾਲੇ ਕਾਨੂੰਨ ਆ ਮੋਦੀ ਵੱਲੋਂ ਲਿਆਂਦੇ ਜਾ ਰਹੇ ਆ, ਭਾਵੇਂ ਉਹ ਮਨੀ ਚੇਂਜ ਦਾ ਸੀਗਾ, ਉਹਦੇ ਵਿੱਚ ਕਿੰਨੇ ਹੀ ਲੋਕ ਗਰੀਬ ਮਜ਼ਦੂਰ ਜਿਹੜੇ ਆ ਉਹ ਆਤਮ ਹੱਤਿਆ ਕਰਕੇ ਲਾਈਨਾਂ 'ਚ ਖੜੇ, ਉਹਨਾਂ ਨੂੰ ਅਟੈਕ ਹੋਏ, ਮਰੇ। ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਿਰ ਦਾ ਲਾ, ਉਹ ਜਿਹੜਾ ਪਾਸ ਕਾਨੂੰਨ ਦੇ ਜ਼ਰੀਏ ਇਹਨਾਂ ਨੇ ਕੀਤਾ, ਤੇ ਉੱਥੇ ਮੰਦਿਰ ਬਣਾਉਣ ਦੀਆਂ ਗੱਲਾਂ। ਤੇ ਉਸ ਤੋਂ ਉਪਰੰਤ ਸਿਟੀਜ਼ਨ ਅਮੈਂਡਮੈਂਟ ਦਾ ਜਿਹੜਾ ਅਸੀਂ ਦੇਖਿਆ 370 ਧਾਰਾ ਕਸ਼ਮੀਰ ਦੇ ਵਿੱਚ ਉਹ ਉਠਾਉਣ ਦੀ ਗੱਲ ਆ, ਤੇ ਅੱਜ ਕਿਸਾਨੀ ਦੇ ਉੱਤੇ। ਸੋ ਇਹ ਮੈਂ ਤੁਹਾਨੂੰ ਰੋਕ ਕੇ ਮੈਂ ਤੁਹਾਨੂੰ ਗੱਲ ਇੱਥੇ ਪੁੱਛਣੀ ਚਾਹੁੰਦਾ ਕਿ ਜਿੱਦਾਂ ਹੁਣ ਤੁਸੀਂ ਧਾਰਾ 370 ਦੀ ਵੀ ਗੱਲ ਕੀਤੀ ਆ, ਤੇ ਕੁਛ ਆਪਣੇ ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਆਪਣੇ ਜਿਹੜੇ ਪੰਜਾਬ 'ਚ ਜਿਹੜੇ ਆਪਣੇ ਕੁਛ ਵੀਰ ਹੈਗੇ ਆ ਉਹ ਇਸ ਨੂੰ ਅਨੰਦਪੁਰ ਸਾਹਿਬ ਦੇ ਮਤੇ ਨਾਲ ਜੋੜ ਕੇ ਵੀ ਦੇਖਦੇ ਆ ਕਿ ਅਨੰਦਪੁਰ ਸਾਹਿਬ ਦਾ ਮਤਾ ਦੀ ਗੱਲ ਕਰਦੇ ਆ ਨਾ। ਤੇ ਪਰ ਆਪਾਂ ਹੁਣ ਕਿਸ ਤਰੀਕੇ ਨਾਲ ਵਿਸ਼ਵਾਸ ਕਰ ਸਕਦੇ ਹਾਂ ਕਿ ਜਦੋਂ ਉਹਨਾਂ ਨੇ ਧਾਰਾ 370 ਜਿਹੜੀ 70 ਸਾਲ ਤੋਂ ਪੁਰਾਣੀ ਜਿਹੜੀ ਧਾਰਾ ਜਿਹੜੀ ਕਸ਼ਮੀਰ ਨੂੰ ਵੱਧ ਅਧਿਕਾਰ ਮਿਲੇ ਹੋਏ ਸੀ ਉਹਨਾਂ ਨੇ ਉਹ ਖਤਮ ਕਰਤੀ, ਤੇ ਜੇ ਇਹ ਕੁਛ ਏਦਾਂ ਦਾ ਕਰ ਵੀ ਦਿੰਦੇ ਆ, ਜੇ ਕਹਿੰਦੇ ਵੀ ਹਾਂ ਵੀ ਪੰਜਾਬ ਨੂੰ ਅਸੀਂ ਵੱਧ ਅਧਿਕਾਰ ਦੇ ਦਾਂਗੇ, ਤੇ ਕੀ ਉਹਦੀ ਗਰੰਟੀ ਹੈ ਕਿ ਉਹ ਸਾਲ ਬਾਅਦ 2 ਸਾਲ ਬਾਅਦ ਫਿਰ ਜਿਹੜੇ ਉਹ ਕਾਨੂੰਨ ਖਤਮ ਨਹੀਂ ਹੋ ਜਾਣਗੇ, ਤੇ ਫਿਰ ਦੁਬਾਰਾ ਜਿਹੜਾ ਇਹ ਸਾਰਾ ਕੁਛ ਉਹੀ ਸਿਸਟਮ ਜਿਹੜਾ ਚੱਲ ਰਿਹਾ ਜਿਹੜਾ ਪੰਜਾਬ ਨੂੰ ਖਤਮ ਕਰਨ ਦਾ ਉਹ ਦੁਬਾਰਾ ਨਹੀਂ ਚੱਲੂਗਾ।
ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਮੋਦੀ ਕੋਲ ਬਹੁਤ ਮੱਤ ਆ ਸੈਂਟਰ ਦੇ ਵਿੱਚ। ਇਹ ਧੋਖਾ ਕਰਨਾ ਇਹਨਾਂ ਦੀ ਫਿਤਰਤ ਆ, ਜਿਹੜੀ ਬ੍ਰਾਹਮਣਵਾਦੀ ਸਰਕਾਰ ਦੀ। ਧੋਖੇ ਇਹਨਾਂ ਨੇ ਇੱਕ ਵਾਰੀ ਨਹੀਂ, ਹਜ਼ਾਰਾਂ ਵਾਰੀ ਕੀਤੇ। ਅਗਰ ਅਸੀਂ ਗੁਰੂ ਮਹਾਰਾਜ ਦੇ ਜੀਵਨ ਕਾਲ ਦੀ ਗੱਲ ਕਰੀਏ, ਅਨੰਦਪੁਰ ਸਾਹਿਬ ਦੇ ਜਦੋਂ 22 ਧਾਰ ਦੇ ਪਹਾੜੀ ਰਾਜਿਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤਾਤ ਹਿੰਦੂ ਰਾਜੇ ਸਨ, ਜਦੋਂ ਘੇਰਾ ਪਾਇਆ ਸੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ, ਤਾਂ ਉਸ ਵੇਲੇ ਵੀ ਥਾਲ ਦੇ ਵਿੱਚ ਗਊ ਮਾਤਾ ਇਹਨਾਂ ਨੇ ਬਣਾ ਕੇ ਆਟੇ ਦੀਆਂ ਤੇ ਸੌਹਾਂ ਚੁੱਕੀਆਂ ਸਨ। ਤੇ ਅਸੀਂ ਮਤਲਬ ਅੱਜ ਵੀ ਉਹੀ ਬ੍ਰਾਹਮਣਵਾਦੀ ਹਕੂਮਤ ਜਿਹੜੀ ਪੰਜਾਬ ਦੇ ਉੱਤੇ ਹਮੇਸ਼ਾ ਆਪਣੀ ਪਾਵਰ, ਚਾਹੇ ਉਹ ਕਾਂਗਰਸ ਦੀ ਸਰਕਾਰ ਆਈ, ਚਾਹੇ ਅੱਜ ਬੀਜੇਪੀ ਦੀ ਆ, ਜਾਂ ਕੱਲ੍ਹ ਨੂੰ ਹੋਰ ਜਿਹੜੀ ਮਰਜ਼ੀ ਆਵੇ, ਸੈਂਟਰ ਦਾ ਰਵੱਈਆ ਜਿਹੜਾ ਦਿੱਲੀ ਤਖਤ ਦੀ, ਉਹ ਅਕਾਲ ਤਖਤ ਦੇ ਨਾਲ ਹਮੇਸ਼ਾ ਟੱਕਰ ਰਹੀ ਆ। ਤੋ ਇਹਨਾਂ ਗੱਲਾਂ ਨੂੰ ਅਸੀਂ ਜਦੋਂ ਅਸੀਂ ਦੇਖਦੇ, ਕੁੱਲ ਮਿਲਾ ਕੇ ਸਾਰਾ ਮੰਥਨ ਕਰਦੇ ਹਾਂ ਕੁਲਵਿੰਦਰ ਸਿੰਘ ਜੀ, ਤਾਂ ਗੱਲ ਸਾਡੀ ਫਿਰ ਆਜ਼ਾਦੀ ਤੇ ਆ ਕੇ ਖੜਦੀ ਆ ਵੀ ਜੇ ਅਸੀਂ ਪੰਜਾਬ ਨੂੰ ਭਾਰਤੀ ਕਬਜ਼ੇ ਵਿੱਚੋਂ ਆਜ਼ਾਦ ਕਰਾਵਾਂਗੇ ਤਾਂ ਫਿਰ ਸਾਡੇ ਪੰਜਾਬ ਦਾ ਭਲਾ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਮਹਿਫੂਜ਼ ਰਹਿ ਸਕਣਗੀਆਂ। ਭਾਵੇਂ ਸਮੇਂ ਤੇ ਅਵੇਅਰਨੈਸ ਪੈਦਾ ਕਰਨ ਵਾਸਤੇ, ਆਪਣੇ ਲੋਕਾਂ ਨੂੰ, ਆਵਾਮ ਨੂੰ ਜਗਾਉਣ ਵਾਸਤੇ ਉਹਨਾਂ ਦੇ ਕਾਲੇ ਕਾਨੂੰਨਾਂ ਦਾ ਜਿਹੜਾ ਤਰਜਮਾ ਜਾਂ ਉਹਨਾਂ ਦਾ ਵਿਸ਼ਲੇਸ਼ਣ ਜਾਂ ਧਰਨਿਆਂ, ਮੁਜ਼ਾਹਰਿਆਂ, ਨਾਅਰਿਆਂ ਦੇ ਨਾਲ ਅਸੀਂ ਹਮੇਸ਼ਾ ਕਰਦੇ ਹਾਂ ਆਪਣੀ ਆਵਾਮ ਨੂੰ ਜਗਾਉਣ ਵਾਸਤੇ। ਪਰ ਹੱਲ ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਵੀ ਹੱਲ ਉਹ ਆਜ਼ਾਦੀ ਆ। ਆਜ਼ਾਦੀ ਤੋਂ ਬਗੈਰ ਪੰਜਾਬ ਦੀ ਗੱਲ ਨਹੀਂ ਬਣਨੀ। ਹੁਣ ਤਾਂ ਜਦੋਂ ਕਿਸੇ ਵੇਲੇ ਚਾਈਨਾ ਮਤਲਬ ਗੱਲ ਕਰਦਾ ਹੁੰਦਾ ਸੀ ਲੇਹ ਲਦਾਖ, ਵੀ ਇਹ ਖਾਲਸਾ ਰਾਜ ਦੀ ਜਿਹੜੀ ਇਹ ਜਗ੍ਹਾ ਆ, ਜਦੋਂ ਬਾਜ ਪਾਈ ਗਿਆ ਸੀ ਚਾਈਨਾ 'ਚ, ਤਾਂ ਅੱਜ ਹਿੰਦੂ ਬ੍ਰਾਹਮਣਵਾਦੀ ਸਰਕਾਰ ਵੀ ਜਿਹੜੀ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਆ ਗਈ ਆ। ਪਿਛਲੇ ਦਿਨੀ ਆਪਾਂ ਨਿਊਜ਼ਾਂ ਦੇਖੀਆਂ ਮੀਡੀਆ ਦੇ ਵਿੱਚ, ਪ੍ਰਿੰਟ ਮੀਡੀਆ ਦੇ ਵਿੱਚ, ਵੱਡੇ ਅਖਬਾਰਾਂ 'ਚ। ਹੁਣ ਇਹ ਵੀ ਇਸ ਗੱਲ ਨੂੰ ਉਦਾਹਰ ਬਣਾ ਰਹੇ ਵੀ ਇਹ ਖਾਲਸਾ ਰਾਜ ਦੀ ਇਹ ਸਰਕਾਰੀ ਖਾਲਸਾ ਮਹਾਰਾਜਾ ਰਣਜੀਤ ਸਿੰਘ ਵੇਲੇ ਦੀਆਂ ਉਹ ਜਗ੍ਹਾ ਦੇ ਉੱਤੇ ਜਿਹੜੀਆਂ ਅੱਜ ਇਹ ਲਾਈਨਾਂ ਖਿੱਚਣ ਦੀਆਂ ਹੁਣ ਚੀਨ ਦੇ ਨਾਲ ਰੌਲਾ ਚੱਲ ਰਿਹਾ। ਤੇ ਮੈਂ ਸਮਝਦਾ ਵੀ ਉਹ ਸਾਡੀਆਂ ਅੱਜ ਸਾਨੂੰ ਪੰਥ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਆਪਣਾ ਰਾਜ ਸੀ। ਸਾਡੇ ਉਹਦੇ ਵਿੱਚ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਸਾਰਿਆਂ ਵਾਸਤੇ ਇਕੁਅਲ ਰਾਈਟ ਮਿਲਦੇ ਸਨ, ਸਾਰਿਆਂ ਨੂੰ ਬਰਾਬਰ ਦਾ ਸਨਮਾਨ ਮਿਲਦਾ ਸੀ। ਸੋ ਇਸ ਤਰ੍ਹਾਂ ਨਹੀਂ ਕਿ ਅੱਜ ਜਿਵੇਂ ਮੋਦੀ ਦੀ ਹਕੂਮਤ ਦੇ ਵਿੱਚ ਧੱਕਾ ਜ਼ਬਰ ਜਿਹੜਾ ਕੀਤਾ ਜਾ ਰਿਹਾ, ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਦਿਨ ਦੂਰ ਨਹੀਂ ਕਿ ਇਹਨਾਂ ਨੇ ਡਿਸਾਈਡ ਕੀਤਾ ਹੋਇਆ ਆ ਕਿ SYL ਦਾ ਪਾਣੀ ਵੀ ਲੁੱਟ ਕੇ ਤੁਹਾਡੇ ਕੋਲੋਂ ਲੈ ਜਾਣਾ ਆ। ਉਹ ਵੀ ਜਿਹੜਾ ਸੁਪਰੀਮ ਕੋਰਟ ਦਾ ਹਥੌੜਾ, ਉਹ ਵੀ ਇੱਕ ਦਿਨ ਫੈਸਲਾ ਆਉਣ ਵਾਲਾ ਆ। ਤਿਆਰ ਰਹਿਣਾ ਚਾਹੀਦਾ ਸਾਨੂੰ ਪੰਜਾਬੀਆਂ ਨੂੰ, ਸਿੱਖਾਂ ਨੂੰ, ਪੰਜਾਬ ਨੂੰ, ਕਿ ਤੁਹਾਡਾ ਪਾਣੀ ਲੁੱਟਣ ਦਾ ਜਿਹੜਾ ਉਹ ਵੀ ਤੁਹਾਡੇ ਦੇ ਉੱਤੇ ਇਹਨਾਂ ਨੇ ਹੁਣ ਕਿਸੇ ਨਾ ਕਿਸੇ ਦਿਨ ਉਹ ਵੀ ਤੁਹਾਡੇ ਫੈਸਲਾ ਤੁਹਾਡੇ ਤੇ ਥੋਪ ਦੇਣਾ ਇਹਨਾਂ ਨੇ। ਤੇ ਇੱਕ ਦਿਨ ਉਹ ਵੀ ਆਏਗਾ ਜਿਸ ਦਿਨ, ਜਿਵੇਂ ਹੁਣ ਇਹ ਬਾਬਰੀ ਮਸਜਿਦ ਦਾ, ਰਾਮ ਮੰਦਿਰ ਦੀ ਗੱਲ, ਹੁਣ ਇਹਨਾਂ ਨੂੰ ਕ੍ਰਿਸ਼ਨ ਜਨਮ ਭੂਮੀ ਵੀ ਲੱਭ ਗਈ, ਉੱਥੇ ਦੀ ਵੀ ਗੱਲ ਚੱਲ ਪਈ, ਉਹ ਵੀ ਮੁਸਲਮਾਨਾਂ ਦੇ ਨਾਲ ਹੀ ਇਹਨਾਂ ਦਾ ਉਹ ਚੱਲ ਰਿਹਾ ਰੌਲਾ। ਤੇ ਇੱਕ ਦਿਨ ਉਹ ਆਏਗਾ ਜਿਸ ਦਿਨ ਦਰਬਾਰ ਸਾਹਿਬ ਦੇ ਉੱਤੇ ਵੀ ਇਹਨਾਂ ਨੇ ਹੱਕ ਜਿਹੜੇ ਜਤਾਣੇ ਸ਼ੁਰੂ, ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਗੁੰਡਾ ਕਿਸਮ ਦੇ ਲੋਕ ਜਿਹੜੇ RSS ਦੇ ਜਿਹੜੇ ਬ੍ਰਾਹਮਣਵਾਦੀ ਹਕੂਮਤ ਦੇ, ਉਹ ਅੱਜ ਪੋਸਟਾਂ ਪਾਉਂਦੇ ਆ ਸੋਸ਼ਲ ਮੀਡੀਆ ਤੇ ਆਨਲਾਈਨ, ਦੇਖੀ ਦੀਆਂ ਕਿ ਇਹ ਵੀ ਵਿਸ਼ਨੂੰ ਦਾ ਮੰਦਿਰ ਸੀ, ਵਿਸ਼ਨੂੰ ਮੰਦਿਰ ਦਰਬਾਰ ਸਾਹਿਬ ਨੂੰ। ਹਾਂਜੀ, ਫਿਰ ਇੱਕ ਦਿਨ ਇਸ ਗੱਲ ਵਾਸਤੇ ਵੀ ਤਿਆਰੀ ਸਿੱਖਾਂ ਨੂੰ ਕਰ ਲੈਣੀ ਚਾਹੀਦੀ। ਇਹਨਾਂ ਨੇ ਸਾਰੇ ਪਾਸਿਓਂ ਇਹ ਗੱਲਾਂ ਜਿਹੜੀਆਂ ਕਸ਼ਮੀਰ ਦੇ ਵਿੱਚ 370 ਖਤਮ ਕਰਨਾ, ਰਾਮ ਮੰਦਿਰ ਹੁਣ ਕ੍ਰਿਸ਼ਨ ਜਨਮ ਭੂਮੀ ਵੀ ਲੱਭ ਗਈ, ਤੇ ਉਹ ਤੋਂ ਬਾਅਦ SYL ਔਰ ਦਰਬਾਰ ਸਾਹਿਬ ਵੱਲ ਨੂੰ ਵੀ ਇਹਨਾਂ ਦੇ ਜਿਹੜੇ ਕਦਮ ਵੱਧਣੇ ਸ਼ੁਰੂ ਹੋ ਚੁੱਕੇ ਆ। ਸਾਡੀ ਕੌਮ ਅਵੇਸਲੀ ਸੁੱਤੀ ਪਈ ਆ, ਕੌਮ ਨੂੰ ਜਾਗਣਾ ਪਏਗਾ। ਜਿਹੜੇ ਵੀਰ ਜਾਗਦੇ ਹਨ, ਧਰਨਿਆਂ ਵਿੱਚ, ਮੁਜ਼ਾਹਰਿਆਂ ਵਿੱਚ ਆਪਣੇ ਕੰਮਕਾਰ, ਕਾਰੋਬਾਰ ਤਿਆਗ ਕੇ ਉੱਥੇ ਡਿਊਟੀਆਂ ਪਹਿਰਾ ਦੇ ਰਹੇ ਆ, ਤੇ ਸਾਡੇ ਸਾਰੇ ਪੰਜਾਬ ਨੂੰ ਅੱਜ ਸੜਕਾਂ ਤੇ ਆ ਜਾਣਾ ਚਾਹੀਦਾ। ਇਸ ਬ੍ਰਾਹਮਣਵਾਦੀ ਹਕੂਮਤ ਨੂੰ ਖਦੇੜ ਕੇ ਪੰਜਾਬ ਦੇ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ। ਇਹਨਾਂ ਨੂੰ ਦੱਸਣਾ ਪਊਗਾ ਵੀ ਇਹ ਧਰਤੀ ਸਾਡੀ, ਇੱਥੇ ਝੰਡਾ ਵੀ ਸਾਡਾ ਝੂਲੇਗਾ ਖਾਲਿਸਤਾਨ ਦਾ। ਇਹ ਧਰਤੀ ਸਾਡੀ ਆ, ਇਸ ਧਰਤੀ ਦੇ ਉੱਤੇ, ਇਸ ਜ਼ਮੀਨ ਦੇ ਉੱਤੇ ਤੁਹਾਡਾ ਕੋਈ ਹੱਕ ਨਹੀਂ, ਇੱਥੋਂ ਬਾਹਰ ਹੋ ਜਾਓ।
ਸੋ ਮੇਰੇ ਖਿਆਲ 'ਚ ਇਸ ਬ੍ਰਾਹਮਣਵਾਦੀ ਹਕੂਮਤ ਨੂੰ ਇਸ ਤਰੀਕੇ ਦੇ ਨਾਲ ਚੈਲੰਜ ਦੇਣਾ ਪਊਗਾ। ਅਦਰਵਾਈਜ਼ ਜੋ ਇਹ ਸਟੈਪ ਲੈ ਰਹੇ ਆ ਬ੍ਰਾਹਮਣਵਾਦੀ ਹਕੂਮਤ, ਉਹ ਪੰਜਾਬ ਵਾਸਤੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬਹੁਤ ਹੀ ਵੱਡੇ ਘਾਤਕ ਸਿੱਧ ਹੋਣਗੇ। ਸੋ ਜਿਹੜੇ ਵੀਰ ਕਰਦੇ ਪਏ ਆ ਕਾਰਜ, ਉਹ ਸ਼ਲਾਘਾਯੋਗ ਉੱਦਮ ਆ। ਤੇ ਇਸੇ ਲੜੀ ਦੇ ਵਿੱਚ ਚੱਲਦੇ ਆ ਵਾਸ਼ਿੰਗਟਨ DC ਦੀ ਧਰਤੀ ਤੇ 24 ਤਰੀਕ ਦਿਨ ਸ਼ਨੀਚਰਵਾਰ ਨੂੰ, ਸ਼ਨੀਵਾਰ, ਅਸੀਂ ਵਾਸ਼ਿੰਗਟਨ DC ਧਰਤੀ ਤੇ ਇੱਕ ਜਿਹੜਾ ਪ੍ਰੋਟੈਸਟ ਰੱਖਿਆ। ਉੱਥੇ ਵੀ ਅਸੀਂ ਭਾਰਤੀ ਜਿਹੜਾ ਇਨਵੈਸਟਰ ਆ ਉਹਨੂੰ ਜਿਹੜਾ ਆ ਉਹ ਅਸੀਂ ਸੁਨੇਹਾ ਦੇਣਾ ਜੀ। ਠੀਕ ਹੈ ਜੀ। ਹਾਂ ਬਿਲਕੁਲ, ਜਿਹੜਾ ਤੁਸੀਂ ਗੱਲਬਾਤ ਕੀਤੀ ਹੈ ਕਿ ਜਿੱਦਾਂ ਪੰਜਾਬ ਗੌਰਮੈਂਟ ਦੀ ਵੀ ਗੱਲਬਾਤ ਕੀਤੀ ਹੈ ਕਿ ਕੱਲ੍ਹ ਨੂੰ ਉਹਨਾਂ ਨੇ ਅਜਲਾਸ ਸੱਦਿਆ ਤੇ ਉਹਨਾਂ ਨੇ ਕੋਈ ਇੱਦਾਂ ਦਾ ਕੋਈ ਕਰਨ ਦੀ ਕੋਸ਼ਿਸ਼ ਕਰਨੀ ਆ, ਉਹ ਆਪਾਂ ਨੂੰ ਸਾਰਿਆਂ ਨੂੰ ਬਿਲਕੁਲ ਪਤਾ ਕਿ ਜਿੱਦਾਂ ਪਹਿਲਾਂ ਵੀ ਕੈਪਟਨ ਅਮਰਿੰਦਰ ਨੇ ਉਦੋਂ ਬੜੀ ਆਪਣੀ ਲੋਕਾਂ 'ਚ ਵਾਹਵਾ ਬਣਾਈ ਸੀਗੀ ਕਿ ਮੈਂ ਪੰਜਾਬ 'ਚ ਮਤਾ ਪਾਸ ਕਰਕੇ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ, ਮੈਂ ਆਹ ਨਹੀਂ ਕਰਨ ਦੇਣਾ, ਮੈਂ ਜੋ ਨਹੀਂ ਕਰਨ ਦੇਣਾ। ਤਾਂ ਪੰਜਾਬ ਦਾ ਪਾਣੀ ਤੇ ਅੱਜ ਤੱਕ ਹੀ ਲੁੱਟਿਆ ਜਾ ਰਿਹਾ। ਕੀ ਉਹ ਮਤੇ ਪਾਸ ਹੋਣ ਦੇ ਨਾਲ ਪੰਜਾਬ ਦਾ ਪਾਣੀ ਜਾਣਾ ਬੰਦ ਹੋ ਗਿਆ? ਉਸੇ ਤਰੀਕੇ ਨਾਲ ਜਿਹੜਾ ਜਿੱਦਾਂ ਤੁਸੀਂ ਦੱਸਿਆ ਕਿ ਇਹ ਜਿਹੜੀ ਰਾਜਨੀਤੀ ਇਹਨਾਂ ਨੇ ਆਪਣੀ ਵੋਟ ਬੈਂਕ ਦੀ ਜਿਹੜੀ ਰਾਜਨੀਤੀ ਉਹ ਕਰਨੀ ਆ, ਤੇ ਉਹੀ ਕੁਛ ਜਿਹੜਾ ਇਹਨਾਂ ਦੇ ਜਿਹੜੇ ਜੇ ਇਹ ਕੱਲ੍ਹ ਨੂੰ ਮਤਾ ਕੋ ਪਾਸ ਕਰਦੇ ਆ ਜੋ ਕੁਛ ਕਰਦੇ ਆ ਤੇ ਉਹਦੇ ਚੋਂ ਵੀ ਉਹੀ ਕੁਛ ਨਿਕਲਣਾ। ਤੇ ਇੱਕ ਗੱਲ ਮੈਂ ਤੁਹਾਨੂੰ ਜਾਂਦੇ ਜਾਂਦੇ ਜਿਹੜਾ ਹੋਰ ਪੁੱਛਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਮੈਂ ਪਹਿਲਾਂ ਪ੍ਰੋਗਰਾਮ ਸ਼ਾਇਦ ਤੁਸੀਂ ਸੁਣਿਆ ਹੋਵੇ, ਗੱਲਬਾਤ ਕੀਤੀ ਸੀਗੀ ਕਿ ਜਦੋਂ 1984 ਤੋਂ ਪਹਿਲਾਂ ਇਹਨਾਂ ਨੇ ਪੰਜਾਬ ਦੇ ਵਿੱਚ ਇੱਕ ਮਾਹੌਲ ਸਿਰਜਿਆ ਸੀਗਾ ਕਿ ਕਿਵੇਂ ਜਿਹੜਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਉਸ ਨੂੰ ਅੱਤਵਾਦ ਦੇ ਨਾਲ ਕਿੱਦਾਂ ਜੋੜਨਾ, ਤੇ ਕਿੱਦਾਂ ਜਿਹੜੇ ਉੱਥੇ ਇੱਕ ਆਮ ਲੋਕਾਂ ਦੇ ਜਿਹੜੇ ਕਤਲ ਕਰਵਾ ਕੇ ਜਿਹੜਾ ਉਹਨੂੰ ਖਾੜਕੂਵਾਦ ਦੇ ਸੰਘਰਸ਼ ਨਾਲ ਜੋੜਨਾ, ਤੇ ਕਿੱਦਾਂ ਜਿਹੜਾ ਉਸ ਸਮੇਂ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਲਾਣਾ ਜਿਹੜਾ ਹੈਗਾ ਕਾਮਰੇਡ ਲਾਣਾ ਕਹਿ ਲਓ ਜਾਂ ਕੋਈ ਵੀ ਜਿਹੜਾ ਉਸ ਸਮੇਂ ਇਹਨਾਂ ਨੇ ਆਪਣਾ ਐਕਟੀਵੇਟ ਕੀਤਾ ਸੀਗਾ ਸੰਘਰਸ਼ ਦੇ ਖਿਲਾਫ ਜਾਂ ਆਨੰਦਪੁਰ ਸਾਹਿਬ ਦੇ ਮਤੇ ਦੇ ਖਿਲਾਫ ਬੋਲਣ ਵਾਸਤੇ, ਲਿਖਣ ਵਾਸਤੇ। ਤੇ ਜਿਹੜੀਆਂ ਹੁਣ ਜਿਹੜੀਆਂ ਪਿਛਲੇ ਹਫ਼ਤੇ ਦੇ ਵਿੱਚ 3 ਘਟਨਾਵਾਂ ਵਾਪਰੀਆਂ, ਚਾਹੇ ਉਹ ਬਲਵਿੰਦਰ ਦਾ ਕਤਲ ਹੋਵੇ, ਚਾਹੇ ਉਹ ਆਪਣੇ ਪੰਜਾਬ ਜਿਹੜੀ CPM ਸੁਖਵਿੰਦਰ ਸਿੰਘ ਸੇਖੋਂ ਦਾ ਬਿਆਨ ਆਉਣਾ ਕਿ ਖਾਲਿਸਤਾਨ ਦੀ ਜਿਹੜੀਆਂ ਧਿਰਾਂ ਜਿਹੜੀਆਂ ਹੈਗੇ ਖਾਲਿਸਤਾਨ ਦੀ ਗੱਲ ਕਰਨ ਵਾਲਿਆਂ ਜੜ ਤੋਂ ਖਤਮ ਕੀਤਾ ਜਾਵੇ, ਚਾਹੇ BJP ਦਾ ਜਿਹੜਾ ਲੀਡਰ ਤੇ ਜਿਹੜਾ ਹਮਲਾ ਹੋਣਾ, ਇਹ ਸਾਰੀਆਂ ਘਟਨਾਵਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਸ ਸਮੇਂ ਦੇ ਵਿੱਚ? ਦੇਖੋ ਜੀ, ਇਹ ਜਿਹੜਾ ਸੰਘਰਸ਼ ਚੱਲ ਰਿਹਾ ਨਾ ਕਿਸਾਨਾਂ ਦਾ ਪੰਜਾਬ ਦੀ ਧਰਤੀ ਤੇ ਹਰਿਆਣੇ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੋ ਰਹੇ ਆ, ਉਸ ਗੱਲ ਤੋਂ ਧਿਆਨ ਹਟਾਉਣ ਵਾਸਤੇ ਇਹ ਆਪ ਹੀ ਗਵਰਨਮੈਂਟ ਏਜੰਸੀਆਂ ਦੇ ਆਪਣੇ ਹੀ ਕਾਰੇ ਹਨ। ਬਾਕੀ ਜਿਹੜਾ ਬਲਵਿੰਦਰ ਕਾਮਰੇਡ ਆ ਉਹ ਤਾਂ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਆ, ਪਾਪ ਹੀ ਇਹਨਾਂ ਨੂੰ ਲੈ ਬੈਠਦੇ, ਇਹਨਾਂ ਦੇ ਪਾਪ ਹੀ ਇੰਨੇ ਘਰਾਉਣੇ ਆ ਕੀਤੇ ਹੋਏ, ਉਹ ਪਾਪ ਹੀ ਇਹਨਾਂ ਨੂੰ ਲੈ ਡੁੱਬਦੇ ਆ। ਸੋ ਇਹ ਕੁੱਲ ਮਿਲਾ ਕੇ ਸਾਨੂੰ ਭੁੱਲਣਾ ਨਹੀਂ ਚਾਹੀਦਾ, ਇਹ ਜਿਸ ਬੰਦੇ ਕੋਲ ਪਾਵਰ ਹੋਵੇ ਨਾ ਉਸ ਬੰਦੇ ਕੋਲ ਉਹ ਬੰਦਾ ਕੁਛ ਵੀ ਕਰ ਸਕਦਾ। ਤੁਸੀਂ ਹਾਥਰਸ ਜਿਹੜੀ ਘਟਨਾ ਵਾਪਰੀ UP ਦੇ ਵਿੱਚ, ਉਹ ਬੱਚੀ ਦੇ ਨਾਲ ਗੈਂਗ ਰੇਪ ਹੋਇਆ, ਦਲਿਤਾਂ ਦੀ ਬੱਚੀ। ਸੋ ਉਹ ਬੱਚੀ ਦੇ ਮਾਂ ਦੇ ਉੱਤੇ, ਭਰਾ ਦੇ ਉੱਤੇ ਹੀ ਐਲੀਗੇਸ਼ਨ ਲਾਈ ਜਾਂਦੇ ਆ ਕਿ ਜਿਹੜਾ ਰੇਪ ਹੋਇਆ ਇਹਦੇ ਵਿੱਚ। ਦੇਖੋ ਤੁਸੀਂ ਕਿੱਡੀ ਵੱਡੀ ਸਿਆਸਤ ਆ। ਔਰ ਜਦੋਂ ਉਸ ਬੱਚੀ ਦਾ ਸੰਸਕਾਰ ਕੀਤਾ ਗਿਆ, ਪਰਿਵਾਰ ਨੂੰ ਉਹਦਾ ਮੂੰਹ ਤੱਕ ਨਹੀਂ, ਉਹ ਕੈਰੋਸਿਨ ਮਿੱਟੀ ਦਾ ਤੇਲ ਪਾ ਕੇ ਰਾਤ ਨੂੰ ਹਨੇਰੇ ਦੇ ਵਿੱਚ ਉਸ ਬੱਚੀ ਦਾ ਸੰਸਕਾਰ ਪੁਲਿਸ ਨੇ ਕੀਤਾ, ਮੀਡੀਆ ਦੁਆਲੇ ਘੁੰਮ ਰਿਹਾ। ਸੋ ਕਈ ਦਿਨ ਉੱਥੇ ਮੀਡੀਆ ਨੂੰ ਨੇੜੇ ਤੱਕ ਨਹੀਂ ਜਾਣ ਦਿੱਤਾ ਗਿਆ। ਸੋ ਇਸ ਗੱਲ ਨੂੰ ਸਮਝਣਾ ਚਾਹੀਦਾ ਵੀ ਇਹ ਪਾਵਰ ਜਿਹੜੀ ਆ ਉਹ ਸੈਂਟਰ ਦੇ ਹੱਥ ਵਿੱਚ ਆ। ਇਹ ਜਿਹੜਾ ਕੈਪਟਨ ਉਹਨਾਂ ਦਾ ਇਹ ਹੱਥ ਟੋਕਾ ਬਣਿਆ ਹੋਇਆ ਭੌਂਕੂ, ਤੇ ਇਹ ਸਾਰੀ ਸਿਆਸਤ ਜਿਹੜੀ ਆ ਕਿਸਾਨਾਂ ਦੇ ਸੰਘਰਸ਼ ਨੂੰ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵੀ ਪਿਛਲੇ ਦਿਨੀ ਇੱਕ ਸਰਫਰੇ ਨੇ ਕੀਤੀ, ਉਹਨੂੰ ਫੜਿਆ, ਉਹਨੂੰ ਚਾਟਾ ਵੀ ਛਕਾਇਆ ਸਿੰਘਾਂ ਨੇ। ਪਰ ਉਹ ਸਾਰੀਆਂ ਘਟਨਾਵਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਅੱਜ ਜਿਹੜਾ ਪੰਜਾਬ ਦਾ ਸੰਘਰਸ਼ ਆ, ਪੰਜਾਬ ਨੇ ਹਮੇਸ਼ਾ ਹੀ ਦਿੱਲੀ ਦੇ ਤਖਤ ਨੂੰ, ਅਕਾਲ ਤਖਤ ਨੇ ਟੱਕਰ ਦਿੱਤੀ, ਪੰਜਾਬੀਅਤ ਨੇ ਟੱਕਰ ਦਿੱਤੀ ਆ। ਔਰ ਅੱਜ ਜੋ ਨਾਸੀ ਧੂੰਆਂ ਕੀਤਾ ਹੋਇਆ ਮੋਦੀ ਦੇ, ਭਾਵੇਂ ਉਹਨਾਂ ਦਾ ਮੀਡੀਆ ਦਿਖਾ ਨਹੀਂ ਰਿਹਾ, ਜਿਹੜਾ ਬਕਾਊ ਮੀਡੀਆ, ਗੋਦੀ ਮੀਡੀਆ, ਭਾਰਤੀ ਮੀਡੀਆ, ਪਰ ਇਹ ਚੀਜ਼ਾਂ ਨੂੰ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਜਿਹੜਾ ਪੰਜਾਬ ਦਾ ਮੀਡੀਆ, ਉਹਦੇ ਵਿੱਚ ਇੱਕ ਖਬਰ ਜਿਹੜੀ ਹਰਿਆਣਾ ਪੰਜਾਬ ਜਿਹੜੀ ਪੂਰਾ ਚੈਲੰਜ ਦੇ ਰਿਹਾ ਸੈਂਟਰ ਨੂੰ। ਤੋਂ ਉਸ ਸੰਘਰਸ਼ ਨੂੰ, ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਵਾਸਤੇ ਇਹ ਜਿਹੜੀਆਂ ਘਟਨਾਵਾਂ ਉਸ ਪਾਸਿਓਂ ਧਿਆਨ ਭਟਕਾਉਣ ਵਾਸਤੇ ਲੋਕਾਂ ਦਾ ਇਹ ਘਟਨਾਵਾਂ ਹੋ ਰਹੀਆਂ। ਹਾਲਾਂਕਿ ਤੁਸੀਂ ਦੇਖੋ
ਇਹ ਕਾਮਰੇਡ ਦੀ ਸਿਕਿਉਰਿਟੀ ਕੁਛ ਦਿਨ ਪਹਿਲਾਂ ਹੀ ਇਹਨਾਂ ਨੇ, ਕੁਛ ਮਹੀਨੇ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਇਸ ਕੈਪਟਨ ਅਮਰਿੰਦਰ ਨੇ ਉਹਦੀ ਸਿਕਿਉਰਿਟੀ ਠਾ ਲਈ ਸੀਗੀ। ਤੇ ਉਹਦੇ ਵਿੱਚ ਹੋ ਸਕਦਾ ਕੈਪਟਨ ਦਾ ਹੀ ਹੱਥ ਹੋਵੇ, ਕੋਈ ਨਾ ਕੋਈ ਸਰਕਾਰਾਂ ਏਜੰਸੀਆਂ ਦਾ ਹੀ ਹੱਥ ਹੋਵੇ। ਉਹਦੀ ਸਿਕਿਉਰਿਟੀ ਚੱਕਣ ਤੋਂ ਬਾਅਦ ਉਹਦਾ ਕਤਲ ਕਰਤਾ। ਤੇ ਮੇਰੀ ਗੱਲ ਕਹਿਣ ਤੋਂ ਭਾਵ ਆ, ਜਦੋਂ ਇਹ ਲੋਕ ਪੀਕੀ ਕੈਟ ਵਰਗੇ ਹੋਏ ਜਿਹੜੇ ਟੌਟ ਏਜੰਸੀਆਂ ਦੇ ਕਰਿੰਦੇ, ਜਦੋਂ ਇਹ ਵਰਤ ਲੈਂਦੀਆਂ ਨਾ, ਜਦੋਂ ਇਹਨਾਂ ਨੂੰ ਹੁਣ ਵੀ ਇਹਨਾਂ ਨੂੰ ਅਸੀਂ ਵਰਤ ਲਿਆ, ਇਹਨਾਂ ਦੇ ਕੋਲੋਂ ਹੁਣ ਸਾਨੂੰ ਕੁਛ ਨਹੀਂ ਲੱਭਣਾ, ਫਿਰ ਉਹਨਾਂ ਨੂੰ ਇਹ ਛੱਡ ਦਿੰਦੀਆਂ ਜਾਂ ਮਰਵਾ ਦਿੰਦੀਆਂ ਵੀ ਤੁਸੀਂ ਹੁਣ ਭੌਂਕੀ ਚੱਲੋ ਜੋ ਭੌਂਕਣਾ। ਤੇ ਫਿਰ ਇੰਨੇ ਹੀ ਜੀ ਹਾਂਜੀ ਆਪਣੇ ਨਾਲ ਨਾ YouTube ਤੇ ਵੀ ਆਪਣੇ ਬਹੁਤ ਸਾਰੇ ਵੀਰ ਜੁੜੇ ਹੋਏ ਹੈਗੇ ਆ ਜਿਹੜੇ ਦੇਖ ਰਹੇ ਆ, ਉਹਨਾਂ ਦੇ ਜਿਹੜੇ ਕਾਫੀ ਕਮੈਂਟ ਆ ਰਹੇ ਆ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਰੇ ਵੀ ਤੁਸੀਂ ਗੱਲ ਦੱਸੋ। ਤੇ ਮੈਂ ਤੁਹਾਡੇ ਤੋਂ ਵੀ ਗੱਲ ਜਿਹੜੀ ਤੁਹਾਡੇ ਤੋਂ ਪੁੱਛਣੀ ਚਾਹੁੰਦਾ ਕਿ ਜਿਹੜੀ ਉਹਨਾਂ ਨੇ ਹੁਣੇ ਇੱਕ ਜਿਹੜੀ ਇੱਕ ਅਕਾਲ ਯੂਥ ਨਾਂ ਤੇ ਜਿਹੜੀ ਜਥੇਬੰਦੀ ਜਿਹੜੀ ਬਣਾਈ ਹੈ, ਜਿਹੜੀ ਨੌਜਵਾਨਾਂ ਦੀ ਜਿਹੜੀ ਜਥੇਬੰਦੀ ਬਣਾਈ ਆ, ਉਸ ਦੇ ਬਾਰੇ ਵੀ ਤੁਸੀਂ ਜ਼ਰੂਰ ਥੋੜੀ ਸਾਂਝ ਪਾਇਓ। ਤੇ ਬਾਕੀ ਆਪਾਂ ਹੋਰ ਵੀ ਜਿਹੜੀ ਇਸ ਜਥੇਬੰਦੀ ਦੇ ਬਾਰੇ ਗੱਲਬਾਤ ਕਰਦੇ ਹਾਂ। ਜੀ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਭਾਈ ਕੁਲਵਿੰਦਰ ਸਿੰਘ ਜੀ। ਦੇਖੋ, ਸਾਡੀ ਕੌਮ ਦਾ ਹੀਰੋ ਜਥੇਦਾਰ ਹਾਂਜੀ ਪੰਥ ਨੇ ਥਾਪਿਆ ਸਰਬੱਤ ਖਾਲਸਾ 2015 ਦੇ ਵਿੱਚ। ਅੱਜ ਵੀ ਉਹ ਵੀਡੀਓ ਗਵਾਹੀਆਂ ਭਰਦੀਆਂ, ਜਦੋਂ ਸੰਗਤਾਂ ਨੇ 7 ਲੱਖ ਦਾ, ਕੋਈ 5 ਲੱਖ ਦਾ ਇਕੱਠ ਕਹਿੰਦਾ, ਬਾਹਾਂ ਖੜੀਆਂ ਕਰਕੇ ਗਵਾਹੀਆਂ ਭਰਦੀਆਂ ਕਿ ਇਹ ਇਸ ਤਰੀਕੇ ਨਾਲ ਜਥੇਦਾਰ ਥਾਪੇ ਜਾਂਦੇ ਆ, ਖੁੱਲੇ ਮੈਦਾਨਾਂ ਵਿੱਚ, ਬੰਦ ਕਮਰਿਆਂ ਵਿੱਚ ਨਹੀਂ, ਜਿਵੇਂ ਬਾਦਲ ਥਾਪ ਦਿੰਦੇ। ਉਸ ਜਥੇਦਾਰ ਨੇ ਕਈ ਵਾਰੀ ਕੌਮ ਦੇ ਵਿੱਚ ਆਵਾਜ਼ਾਂ ਉੱਠਦੀਆਂ, ਕੌਮ ਲੀਡਰਲੈਸ ਆ, ਨਹੀਂ, ਕੌਮ ਦੇ ਕੋਲ ਲੀਡਰ ਹੈਗਾ ਆ। ਅੱਜ ਉਸ ਜਥੇਦਾਰ ਨੇ, ਦੇਖੋ, ਜਥੇਦਾਰ ਨੂੰ ਪਿਆਰ ਕਰਨ ਵਾਲੇ ਨੌਜਵਾਨ ਜਿਹੜੇ 1000 ਤੋਂ ਵੱਧ ਨੌਜਵਾਨ ਅਕਾਲ ਤਖਤ ਸਾਹਿਬ ਤੇ ਜੁੜਿਆ 15 ਤਰੀਕ ਨੂੰ, ਉੱਥੇ ਅਕਾਲ ਯੂਥ ਦਾ ਗਠਨ ਹੋਇਆ, ਜਿਹੜੀ ਨੌਜਵਾਨਾਂ ਦੇ ਹੱਥ ਬਾਗਡੋਰ ਦਿੱਤੀ ਆ। ਟੋਟਲੀ ਨੌਜਵਾਨ ਜਿਹੜੇ ਬੱਚੇ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਆਏ ਆ, ਜਿਹਦੇ ਵਿੱਚ ਨੰਬਰ 5000 ਤੋਂ ਉੱਪਰ ਹੈਗਾ ਸਾਡੇ ਕੋਲ। ਪਰ ਉਹ ਜਿਹੜੇ ਬੱਚੇ ਆ, ਉਹਨਾਂ ਦਾ ਉਹ ਅਕਾਲ ਯੂਥ ਜਿਹੜੀ ਬਕਾਇਦਾ ਰਜਿਸਟਰਡ ਹੋਈ ਆ, ਉਹਦਾ ਸੰਵਿਧਾਨ ਬਣਿਆ। ਉਹ 5 ਪ੍ਰਧਾਨੀ ਸਿਸਟਮ, 5 ਜਿਹੜੇ ਨੌਜਵਾਨ ਜਿਹੜੇ ਸਿੰਘ ਆ, ਉਹ ਚੋਣ ਕੀਤੀ ਗਈ ਆ ਜਥੇਦਾਰ ਸਾਹਿਬ ਵੱਲੋਂ। ਉਹ ਸੰਘਰਸ਼ ਨੂੰ, ਉਹ ਕਿਸਾਨ ਸੰਘਰਸ਼ ਵਿੱਚ ਵੀ ਆਪਣਾ ਰੋਲ ਅਦਾ ਕਰੇਗੇ, ਔਰ ਪੰਜਾਬ ਵਾਸਤੇ ਪੰਜਾਬੀਅਤ, ਜਿਹੜੇ ਸੋਸ਼ਲ ਸਮਾਜਿਕ ਧਾਰਮਿਕ ਮੁੱਦੇ ਆ, ਔਰ ਜਿੱਥੇ ਧਰਮ ਦਾ ਪ੍ਰਚਾਰ ਕਰਨ ਦੀ ਗੱਲ ਆ, ਉਹਨਾਂ ਸਾਰੀਆਂ ਗੱਲਾਂ ਤੇ ਫੋਕਸ ਕਰਨਗੇ। ਔਰ ਮੈਂ ਸਮਝਦਾ ਵੀ ਜਥੇਦਾਰ ਸਾਹਿਬ, ਇਹ ਪਿਆਰ ਆ ਜਥੇਦਾਰ ਸਾਹਿਬ ਦੇ ਨਾਲ ਨੌਜਵਾਨਾਂ ਦਾ, ਵੀ ਜਥੇਦਾਰ ਸਾਹਿਬ ਦੀ ਇੱਕ ਆਵਾਜ਼ ਤੇ, ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਇੱਕ ਆਵਾਜ਼ ਤੇ ਪੰਥ ਦੇ ਵਿੱਚ, ਜੇ ਉਹ ਪੰਜਾਬ ਦੇ ਕੋਨੇ-ਕੋਨੇ ਤੇ ਨੌਜਵਾਨ ਆਪ ਮੁਹਾਰੇ COVID-19 ਦੇ ਚੱਲਦੇ ਆ, ਭਾਵੇਂ ਕਿ ਹਦਾਇਤ ਜਿਹੜੀਆਂ ਹੈਗੀਆਂ ਵੀ ਘੱਟ ਹੋਣੇ ਚਾਹੀਦੇ, ਫਿਰ ਵੀ ਜਿਹੜਾ 1000 ਦੇ ਲਵੇ ਤਵੇ ਜਿਹੜੇ ਨੌਜਵਾਨ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ, ਔਰ ਮਰਿਆਦਾ ਦਾ ਖਿਆਲ ਰੱਖਿਆ ਗਿਆ, ਔਰ ਗੁਰੂ ਚਰਨਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਕਾਲ ਯੂਥ ਦਾ ਜਿਹੜਾ ਆਗਾਜ਼ ਕੀਤਾ ਗਿਆ। ਇਹ ਸਾਰਾ ਹੀ ਕਾਰਜ ਜਥੇਦਾਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਹੋਇਆ। ਪੰਜਾਬ ਦੀ ਧਰਤੀ ਤੇ ਯੂਥ ਜਿਹੜਾ ਆ, ਜਿਹੜਾ ਕਿਸੇ ਵੇਲੇ ਯੂਥ ਫੈਡਰੇਸ਼ਨ ਜਿਹੜੀ ਪੰਜਾਬ ਦੀ ਧਰਤੀ ਤੇ ਐਕਟਿਵ ਹੁੰਦੀ ਸੀ, ਉਹ ਰੋਲ ਅਦਾ, ਅਸੀਂ ਪਿਛਲੇ ਦਿਨ ਹੀ ਸਾਰੀਆਂ ਨੌਜਵਾਨਾਂ ਦੀਆਂ ਇੰਟਰਵਿਊਆਂ ਸੁਣੀਆਂ, ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ, ਉਸ ਚੀਜ਼ ਨੂੰ ਅੱਗੇ ਤੋਰਨਗੇ। ਔਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਆ, ਉਹ ਹਮੇਸ਼ਾ ਕੌਮ ਦੇ ਵਾਸਤੇ, ਉਹਨਾਂ ਦੇ ਕੋਲ ਗੱਲੇ ਹੋਰ ਕੋਈ ਨਹੀਂ ਹੁੰਦੀ। ਉਹ ਹਮੇਸ਼ਾ ਹੀ ਜਿਹੜੇ ਸਿੰਘ ਸਾਡੇ ਬਾਪੂ ਜੀ ਹੋਣੀ, ਗੁਰਚਰਨ ਸਿੰਘ ਜੀ ਹੋਣੀ ਮੁਲਾਕਾਤ ਕਰਕੇ ਆਉਂਦੇ ਆ ਤੇ ਦੱਸਦੇ ਆ ਕਿ ਕੌਮ ਦੇ ਵਾਸਤੇ ਹੀ ਹਮੇਸ਼ਾ ਉਹਨਾਂ ਕੋਲ ਗੱਲ ਹੁੰਦੀ ਆ। ਪਰਿਵਾਰ ਦੀ, ਪਰਸਨਲ ਕੋਈ ਗੱਲ ਨਹੀਂ ਕਰਦੇ। ਕੌਮ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੇ ਹਾਲ ਚਾਲ ਦੀ ਉਹ ਗੱਲ ਜਿਹੜੀ ਉਹ ਪੁੱਛਦੇ, ਕਰਦੇ ਹੁੰਦੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਹਿੰਮਤ ਸਿੰਘ ਜੀ, ਤੁਸੀਂ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਤੇ ਆਪਾਂ ਹੋਰ ਵੀ ਜਿਹੜੀ ਇਸ ਦੇ ਬਾਰੇ, ਜਿਹੜੀ ਜਥੇਬੰਦੀ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਆਪਾਂ ਖੁੱਲ੍ਹ ਕੇ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਣੇ ਨਾਲ ਕਾਲਰ ਇੱਕ ਹੋਰ ਵੀ ਜੁੜੇ ਆ, ਆਪਾਂ ਉਹਨਾਂ ਨੂੰ ਲੈ ਕੇ ਗੱਲਬਾਤ ਕਰ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ, ਆਪਣੇ ਨਾਲ ਅਗਲੇ ਕਾਲਰ ਜਿਹੜੇ 8691 ਉਹਨਾਂ ਦਾ ਲਾਸਟ ਨੰਬਰ ਆ। ਤੁਸੀਂ ਔਨ ਏਅਰ ਹੋ ਜੀ, ਸਵਾਗਤ ਹੈ ਤੁਹਾਡਾ ਟੀਵੀ ਆਪਣਾ ਸਾਂਝਾ ਪੰਜਾਬ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਜੀ ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਤੁਹਾਡਾ ਧੰਨਵਾਦ ਹੈ, ਤੁਸੀਂ ਬੜੀ ਬਰੀਫ ਤੇ ਬੜੀ ਨੌਲੇਜ ਵਾਲੀਆਂ ਗੱਲਾਂ ਦੱਸ ਰਹੇ ਹੋ ਤੇ ਮੈਂ ਥੋੜਾ ਜਿਹਾ ਵਿੱਚ ਹਿੱਸਾ ਪਾਉਣਾ। ਵੇਖੋ, ਜਿਹੜਾ ਤੇ ਬਲਵਿੰਦਰ ਕਾਮਰੇਡ ਦਾ ਕਤਲ ਹੋਇਆ ਨਾ, ਮੇਰੀ ਬੇਨਤੀ ਵੀ ਸਿੱਖ ਪੰਥ ਨੂੰ ਵੀ ਇਹਦੇ ਤੇ ਜ਼ਿਆਦਾ ਖੁਸ਼ੀ ਦਾ ਇਜ਼ਹਾਰ ਨਾ ਕਰੋ ਤੇ ਬਿਲਕੁਲ ਜੀ, ਚੁੱਪ ਕੀਤੇ ਰਹੋ। ਮੈਂ ਕਹਿੰਦਾ ਵੀ ਇਹੋ ਜਿਹੇ ਕਤਲ ਭਾਰਤ ਸਰਕਾਰ ਚਾਹੇ ਕਿਸੇ ਵੀ ਕੀਤਾ ਹੋਵੇ, ਕਈ ਵਾਰੀ ਚੁੱਪ ਰਹਿਣਾ ਹੁੰਦਾ, ਰਣਨੀਤੀ ਰਾਜਨੀਤੀ ਮੰਗ ਕਰਦੀ ਏ। ਇਹੋ ਜਿਹੇ ਕਤਲ ਇੰਡੀਅਨ ਗਵਰਨਮੈਂਟ ਹੋਰ ਕਰਵਾ ਕੇ ਤੇ ਇੱਕ ਅੱਧੇ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਭਾਰਤ ਸਰਕਾਰ ਅਮਰਿੰਦਰ ਦੀ ਭੰਗ ਕਰਕੇ ਤੇ ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰ ਦੇਣਾ ਤੇ ਉਹ ਤੁਹਾਨੂੰ ਪਤਾ ਹੀ ਹੈ ਕਿੰਨੇ ਹਜ਼ਾਰ ਨੌਜਵਾਨਾਂ ਦੀ ਨਸਲ ਖੁਸ਼ੀ ਹੋਣੀ ਹੈ। ਸੋ ਰਾਜਨੀਤੀ ਮੰਗ ਕਰਦੀ, ਚੁੱਪ ਕੀਤਾ ਜਾਏ, ਇਹਦੇ ਬਾਰੇ ਨਾ ਜ਼ਿਆਦਾ ਬੋਲਿਆ ਜਾਏ। ਬਾਕੀ ਜਿਹੜੇ ਪੰਜਾਬ ਦੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਾਲਾਤ ਬਣੇ ਹੋਏ ਨਾ, ਉੱਥੇ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਸਿਖਰਾਂ ਤੇ ਵੇ ਤੇ ਇਹਦੇ ਵਿੱਚ ਤੁਸੀਂ ਇਹ ਰਲਵੇਂ ਮਿਲੇ ਕਈ ਕਿਸਾਨ ਆਗੂ ਐਵੇਂ ਦੇ ਵੀ ਅੱਗੇ ਆਏ ਹੋਏ ਨੇ ਜਿਨ੍ਹਾਂ ਨੂੰ ਫਤਿਹ ਗੁਰੂ ਦੀ ਫਤਿਹ ਹੀ ਬੜੀ ਚੁੱਭਦੀ, ਉਹ ਫਤਿਹ ਬੁਲਾਉਣ ਨੂੰ ਵਰਜਦੇ ਨੇ, ਕਹਿੰਦੇ ਵੀ ਇੱਥੇ ਤੇ ਤੁਸੀਂ ਸਿਰਫ ਇਨਕਲਾਬ ਜਿੰਦਾਬਾਦ ਹੀ ਕਹੋ ਜਾਂ ਕਿਸਾਨ ਮਜ਼ਦੂਰਤਾ ਜਿੰਦਾਬਾਦ। ਇਹੋ ਜਿਹੇ ਵੀ ਲੀਡਰ ਨੇ। ਦੂਜੇ ਪਾਸੇ ਸ਼ੰਭੂ ਮੋਰਚਾ ਚੱਲ ਰਿਹਾ ਵੀ ਜਿੱਥੇ ਸਭ ਕੁਝ ਰਲਮਿਆ ਮਿਲਿਆ, ਉੱਥੇ ਗੁਰੂ ਦੀ ਫਤਿਹ ਵੀ ਗੂੰਜ ਰਹੀ ਹੈ, ਉੱਥੇ ਭਗਤ ਸਿੰਘ ਦਾ ਇਨਕਲਾਬ ਵੀ ਗੂੰਜ ਰਿਹਾ। ਸੋ ਸਲੂਟ ਹੈ ਉਹਨਾਂ ਲੋਕਾਂ ਨੂੰ। ਤੇ ਹੁਣ ਮੈਂ ਗੱਲ ਕਰਨਾ ਰਿਫੰਡਣ ਵਾਲੀ ਧਿਰ ਨੂੰ। ਰਿਫੰਡਣ ਵਾਲੀ ਧਿਰ, ਭਾਵੇਂ ਰਿਫੰਡਣ ਵਾਲੀ ਧਿਰ ਜਿਹੜੀ ਧਰਨਿਆਂ ਮੁਜ਼ਾਹਰਿਆਂ ਦੀ ਹਮਾਇਤ ਨਹੀਂ ਕਰ ਰਹੀ, ਉਹ ਸਿੱਧਾ ਹੀ ਕਹਿ ਰਹੀ ਹੈ ਇਹਨਾਂ ਰਿਫੰਡ ਧਰਨਿਆਂ 'ਚ ਨਾ ਜਾਓ ਤੇ ਤੁਸੀਂ ਸਿਰਫ ਵੋਟਾਂ ਰਜਿਸਟਰ ਕਰਾਓ। ਬਿਲਕੁਲ ਠੀਕ ਹੈ। ਵੇਖੋ, ਮੈਂ ਜਿਹੜੀ ਉੱਥੇ ਗਰਾਊਂਡ ਦੀ ਸਿਚੁਏਸ਼ਨ ਹੈ ਨਾ, ਉਹ ਲੋਕ ਸਿੱਖ ਫੋਰ ਜਸਟਿਸ ਤੇ ਪਾਬੰਦੀ ਲੱਗੀ ਹੋਈ ਹੈ। ਜਿਹੜਾ ਵੀ ਸਿੱਧਾ ਸਿੱਖ ਫੋਰ ਜਸਟਿਸ ਦੀ ਹਮਾਇਤ ਕਰਦਾ ਧਰਨਿਆਂ ਤੇ ਜਾ ਕੇ ਤੇ ਉਹਨਾਂ ਤੇ ਕੇਸ ਦਰਜ ਹੋ ਜਾਂਦੇ ਨੇ। ਕਈ ਸੈਂਕੜੇ ਨੌਜਵਾਨ ਅੰਦਰ ਕੀਤੇ ਹੋਏ ਨੇ। ਸੋ ਲੋਕ ਸਿੱਖ ਫੋਰ ਜਸਟਿਸ ਦੀ ਹਮਾਇਤ ਕਰ ਰਹੇ ਨੇ। 99% ਪੰਜਾਬ 'ਚ ਹਮਾਇਤ ਕਰ ਰਹੇ ਨੇ ਸਿੱਖ ਫੋਰ ਜਸਟਿਸ ਦੀ। ਉਹ ਖੁੱਲ੍ਹ ਕੇ ਇਸ ਕਰਕੇ ਨਹੀਂ ਆ ਰਹੇ ਕਿ UAP ਇਲਾਕੇ ਅਸੀਂ ਅੰਦਰ ਨਾ ਚਲੇ ਜਾਈਏ। ਸੋ ਬੜੀ ਸਮਾਰਟ ਵੇ ਜਿਹੜੀ ਗਰਾਊਂਡ ਲੈਵਲ ਤੇ ਸਿੱਖ ਫੋਰ ਜਸਟਿਸ ਦੀਆਂ ਵੋਟਾਂ ਰਜਿਸਟਰ ਹੋ ਰਹੀਆਂ ਨੇ, ਬੜੀ ਸਮਾਰਟ ਵੇ ਤੇ ਲੱਖਾਂ ਦੀ ਗਿਣਤੀ 'ਚ ਹੋ ਰਹੀਆਂ ਨੇ। ਬੜੀ ਖੁਸ਼ੀ ਵਾਲੀ ਗੱਲ ਹੈ ਵੀ ਜ਼ਿਆਦਾ ਸਾਨੂੰ ਉਲਝਣਾ ਨਹੀਂ ਚਾਹੀਦਾ। ਜਿਵੇਂ ਤੁਸੀਂ ਉੱਥੇ ਨਾ ਜਾਓ, ਲੋਕਾਂ ਨੇ ਆਪਣੇ ਉੱਥੋਂ ਦੀ ਰਣਨੀਤੀ ਵੇਖ ਕੇ ਉਸੇ ਤਰ੍ਹਾਂ ਪੈਂਤੜਾ ਲੈਣਾ ਹੁੰਦਾ। ਸੋ ਉਹਨਾਂ ਨੂੰ ਲੈ ਲੈਣਾ ਚਾਹੀਦਾ ਜਿੰਨੀ ਦੇਰ ਤੱਕ ਉਹ ਵਿਰੋਧ ਨਹੀਂ ਕਰ ਰਿਹਾ। ਕੋਈ ਵੀ ਬੰਦਾ ਉੱਥੇ ਵਿਰੋਧ ਨਹੀਂ ਕਰ ਰਿਹਾ। ਤੋ ਅਖੀਰ ਵਿੱਚ ਮੇਰੀ ਪੰਥਕ ਧਿਰਾਂ ਨੂੰ ਮੇਰੀ ਪੰਥਕ ਧਿਰਾਂ ਨੂੰ ਬੇਨਤੀ ਹੈ, 3-4 ਜਿਹੜੀਆਂ ਪੰਥਕ ਧਿਰਾਂ ਨੇ, ਵੇਖੋ ਉਹ ਪੰਥਕ ਧਿਰਾਂ ਜਿਹੜੀਆਂ ਨੇ ਸਾਡੀਆਂ, ਉਹਨਾਂ ਦੇ ਨਾਲ ਸਿੱਖ ਫੋਰ ਜਸਟਿਸ ਦਾ ਪਰਸਨੈਲਿਟੀ ਕ੍ਰੈਸ਼ ਕਿਹਾ ਜਾ ਸਕਦਾ ਹੈ, ਪਰ ਉਹ ਜਿਹੜਾ ਮਿਸ਼ਨ ਹੈ ਖਾਲਿਸਤਾਨ ਦਾ, ਉਹਦੇ ਨਾਲ ਸਹਿਮਤ ਨੇ। ਸੋ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਵੇਖੋ, ਇਹ ਜਿਹੜਾ ਰਿਫੰਡਨ ਹੋ ਰਿਹਾ, ਭਾਵੇਂ ਤੁਹਾਡੀ ਪੁੱਛਗਿੱਛ ਇਹਦੇ 'ਚ ਨਹੀਂ ਹੋਈ ਜਾਂ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਨਹੀਂ ਹੋਈ, ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਰਿਫੰਡਨ ਹੋ ਰਿਹਾ ਵੀ ਇਹਦਾ ਕੋਈ ਫਾਇਦਾ ਨਹੀਂ ਹੈਗਾ। ਇਹ ਜਿਹੜਾ ਰਿਫੰਡਨ ਹੋ ਰਿਹਾ ਹੈ, ਨਾਨ ਪੈਂਡਿੰਗ ਰਿਫੰਡਨ, ਇਹਦਾ ਜਿਹੜਾ ਨੁਕਸਾਨ ਹੈ 0+0 ਵੇ। ਇਹਦਾ ਕੋਈ ਨੁਕਸਾਨ ਨਹੀਂ ਤੇ ਇਹਦਾ ਜਿਹੜਾ ਫਾਇਦਾ ਹੈ ਉਹ ਪਲੱਸ ਹੈ। ਜਿੰਨੀ ਤੁਸੀਂ ਹਮਾਇਤ ਕਰੋਗੇ ਓਨਾ ਹੀ ਇਹਦਾ ਫਾਇਦਾ ਵੀ। ਜੇਕਰ ਤੁਸੀਂ ਨਹੀਂ ਵੀ ਹਮਾਇਤ ਕਰ ਸਕਦੇ ਕਿਸੇ ਕਾਰਨ, ਪਰ ਕਿਰਪਾ ਕਰਕੇ ਕੋਈ ਵੀ ਇਹੋ ਜਿਹੀ ਬਿਆਨਬਾਜ਼ੀ ਨਾ ਕਰੋ ਜਿਵੇਂ ਪਿੱਛੇ ਜੇ ਕੀਤੀ ਗਈ, ਜਿਸ ਨਾਲ ਕੌਮ ਦਾ ਨੁਕਸਾਨ ਹੋਵੇ। ਮਿਹਰਬਾਨੀ ਸਰਦਾਰ ਸਾਹਿਬ ਟਾਈਮ ਦੇਣ ਦੀ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵਿਚਾਰ ਰੱਖਣ ਦੇ ਲਈ। ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਸਮੇਂ ਸਿਰ ਆਪਾਂ ਨੂੰ ਜਿਹੜੀ ਰਣਨੀਤੀ ਜਿਹੜੀ ਅਪਣਾਉਣੀ ਚਾਹੀਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਦੋਂ ਵੀ ਆਪਾਂ ਕਿਸੇ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਆਪਾਂ ਆਪਣੇ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਕਿ ਆਪਣੇ ਇਤਿਹਾਸ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਸਮੇਂ ਸਿਰ ਸਿੰਘਾਂ ਨੇ ਜਿਹੜੀ ਗੁਰੀਲੇ ਯੁੱਧ ਵੀ ਕੀਤੇ ਆ। ਉਹ ਰਣਨੀਤੀਆਂ ਵੀ ਬਣਾਈਆਂ ਕਿ ਕਿੱਥੇ ਸਿੱਧਾ ਹਮਲਾ ਕਰਨ ਦੀ ਜਿਹੜੀ ਪੋਜੀਸ਼ਨ 'ਚ ਨਹੀਂ ਸੀਗੇ, ਉੱਥੇ ਲੁਕ ਛਿਪ ਕੇ ਵੀ ਜਿਹੜੇ ਹਮਲੇ ਕੀਤੇ ਆ, ਜਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਉਣ ਵਾਲੀ ਗੱਲ ਹੋਵੇ ਕਿ ਭੇਸ ਬਦਲ ਕੇ ਉੱਥੇ ਜਾਣਾ। ਸੋ ਇਹ ਸਾਰੀਆਂ ਜਿਹੜੀਆਂ ਸੰਘਰਸ਼ ਦੀਆਂ ਜਿਹੜੀਆਂ ਰਣਨੀਤੀਆਂ ਜਿਹੜੀਆਂ ਹੈਗੀਆਂ, ਸਮੇਂ ਸਿਰ ਜਿਹੜੀਆਂ ਆਪਾਂ ਨੂੰ ਵਰਤਣੀਆਂ ਪੈਂਦੀਆਂ ਔਰ ਵਰਤਣੀਆਂ ਚਾਹੀਦੀਆਂ। ਉਸੇ ਤਰੀਕੇ ਨਾਲ ਹੀ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਬਿਲਕੁਲ ਆਪਾਂ ਨੂੰ ਮੁੱਕਦੀ ਗੱਲ ਕਿ ਕਿਸੇ ਵੀ ਇੱਕ ਦੂਜੇ ਦਾ ਜਿਹੜਾ ਵਿਰੋਧ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਜਿਸ ਵੀ ਤਰੀਕੇ ਨਾਲ ਕੋਈ ਕੰਮ ਕਰ ਰਿਹਾ, ਜਿੰਨੀ ਵੀ ਉਹ ਯੋਗਦਾਨ ਪਾ ਰਿਹਾ, ਚੰਗੀ ਗੱਲ ਆ। ਪਰ ਹਾਂ, ਸਾਨੂੰ ਇਸ ਗੱਲ ਤੋਂ ਜ਼ਰੂਰ ਸੁਚੇਤ ਰਹਿਣਾ ਚਾਹੀਦਾ ਕਿ ਜਿਹੜੇ ਉੱਥੇ ਆਣ ਕੇ ਜਿਹੜੇ ਲੀਡਰ ਜਿਹੜੇ ਹੈਗੇ ਆ, ਜਿਹੜੇ ਆਣ ਕੇ ਉਹ ਲੋਕ ਜਿਹੜੇ ਉੱਥੇ ਆਣ ਕੇ ਬੋਲਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਬੋਲਣਗੇ, ਜਿਨ੍ਹਾਂ ਦਾ ਮੁੱਖ ਮਕਸਦ ਜਿਹੜਾ ਹੈਗਾ ਕਿ ਉਹ ਸੰਘਰਸ਼ ਨੂੰ ਤਾਰ ਪੀੜੋ ਕਿੱਦਾਂ ਕਰਨਾ, ਉਹਨਾਂ ਦੀ ਜ਼ਰੂਰ ਆਪਾਂ ਨੂੰ ਪਹਿਚਾਣ ਕਰਨੀ ਚਾਹੀਦੀ ਹੈ। ਜਿਹੜਾ ਉੱਥੇ ਉਸ ਸੰਘਰਸ਼ ਨੂੰ ਤਾਰ ਪੀੜੋ ਕਰਨ ਵਾਸਤੇ ਆ ਰਿਹਾ ਜਾਂ ਉਸ ਨੂੰ ਜਿਹੜਾ ਉਹ ਖਰਾਬ ਕਰਨ ਵਾਸਤੇ ਆ ਰਿਹਾ, ਉਸ ਨੂੰ ਜਿਹੜਾ ਉਹਦਾ ਰੁੱਖ ਆ ਜਿਹੜਾ ਸਰਕਾਰ ਪੱਖ ਬਦਲਣ ਦੇ ਹੱਕ ਗੱਲ ਕਰਨ ਲਈ ਜਿਹੜਾ ਆ ਰਿਹਾ, ਉਹਨਾਂ ਦਾ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਔਰ ਉਹਨਾਂ ਤੋਂ ਸੁਚੇਤ ਵੀ ਰਹਿਣਾ ਚਾਹੀਦਾ
ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੇ ਲੋਕੀ ਉੱਥੇ ਬਲਵਿੰਦਰ ਕਾਮਰੇਡ ਦੇ ਜਿਹੜੇ ਉੱਥੇ ਅਫਸੋਸ ਕਰਨ ਵਾਸਤੇ ਪਹੁੰਚੇ ਹੋਏ ਹੈਗੇ ਆ, ਜਾਂ ਹੋਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਨ੍ਹਾਂ ਦਾ ਆਪਣੇ ਪੰਥ 'ਚ ਪਤਾ ਕਿ ਇਹ ਇਹਨਾਂ ਦੀ ਸੁਰ ਜਿਹੜੀ ਹੈਗੀ ਕਿੱਥੇ ਜਾ ਕੇ ਜੁੜਦੀ, ਇਹਨਾਂ ਦੀ ਤਾਰਾਂ ਜਿਹੜੀਆਂ ਕਿੱਥੇ ਜਾ ਕੇ ਜੁੜਦੀਆਂ। ਸੋ ਉਹਨਾਂ ਤੋਂ ਜ਼ਰੂਰ ਸੁਚੇਤ ਰਹਿਣਾ ਚਾਹੀਦਾ। ਬਾਕੀ ਜਿੰਨਾ ਵੀ ਕੋਈ ਯੋਗਦਾਨ ਪਾ ਰਿਹਾ ਉਹ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਔਰ ਇਸ ਚੀਜ਼ ਤੋਂ ਬਚਣਾ ਚਾਹੀਦਾ ਆਪਾਂ ਨੂੰ ਕਿ ਇੱਕ ਦੂਜੇ ਦੇ ਵਿੱਚ ਜਿਹੜੀ ਕੌਮ ਦੇ ਵਿੱਚ ਇੱਕ ਦੂਜੇ ਦੇ ਵਿੱਚ ਜਿਹੜੀ ਟਕਰਾਅ ਜਿਹੜਾ ਆਸਮੇ ਇੱਕ ਦੂਜੇ ਦੀ ਵਿਰੋਧਤਾ ਜਿਹੜੀ ਉਹ ਨਾ ਹੋਵੇ। ਸੋ ਆਪਾਂ ਗੱਲਬਾਤ ਕੀਤੀ ਹੈ, ਜਿੱਦਾਂ ਆਪਣੇ ਜਥੇਬੰਦੀ ਦੀ ਵੀ ਗੱਲਬਾਤ ਕੀਤੀ ਹੈ ਕਿ ਜਿੱਦਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ ਤੇ ਉਹਨਾਂ ਨੇ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਨੇ ਜਿਹੜੀ ਇੱਕ ਨਵੀਂ ਜਿਹੜੀ ਯੂਥ ਜਿਹੜੀ ਅਕਾਲ ਯੂਥ ਨਾਂ ਦੀ ਜਿਹੜੀ ਜਥੇਬੰਦੀ ਬਣਾਈ ਹੈ। ਇੱਕ ਬਹੁਤ ਹੀ ਚੰਗਾ ਤੇ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਜਿਹੜਾ ਹੈਗਾ ਕਿ ਜਿੱਦਾਂ ਭਾਈ ਹਿੰਮਤ ਸਿੰਘ ਉਹਨਾਂ ਨੇ ਵੀ ਆਪਾਂ ਨੂੰ ਦੱਸਿਆ ਸੀਗਾ ਕਿ ਇਹ ਇੱਕ ਯੂਥ ਨੂੰ ਜਿਹੜਾ ਉੱਥੋਂ ਦਾ ਜਿਹੜਾ ਕੰਟਰੋਲ ਜਿਹੜਾ ਯੂਥ ਦੇ ਹੱਥ 'ਚ ਦੇਣ ਤੇ ਇੱਕ ਪੰਜ ਪ੍ਰਧਾਨੀ ਸਿਸਟਮ ਬਣਾ ਕੇ ਜਿਹੜਾ ਯੂਥ ਦੇ ਹੱਥ 'ਚ ਕੰਟਰੋਲ ਦਿੱਤਾ। ਪਰ ਇੰਨੀ ਇਸ ਗੱਲ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ, ਔਰ ਆਪਾਂ ਜਿੰਨੇ ਵੀ ਇਸ ਨਾਲ ਜਿਹੜੇ ਜੁੜੇ ਹੋਏ ਹੈਗੇ ਆ ਜਾਂ ਜਿਹੜੇ ਜਿਨ੍ਹਾਂ ਨੇ ਸਹਿਯੋਗ ਦੇ ਨਾਲ ਇਹ ਜਥੇਬੰਦੀ ਬਣੀ ਆ ਉਹਨਾਂ ਨੂੰ ਆਪਾਂ ਇਸ ਗੱਲ ਦੀ ਜ਼ਰੂਰ ਬੇਨਤੀ ਕਰਦੇ ਹਾਂ ਕਿ ਕਈ ਵਾਰੀ ਹੁੰਦਾ ਕੀ ਆ, ਪਹਿਲਾਂ ਵੀ ਆਪਣੇ ਯੂਥ ਦੇ ਨਾਂ ਤੇ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਬਣੀਆਂ ਹੋਈਆਂ ਹੈਗੀਆਂ ਜਾਂ ਜਿਹੜੀਆਂ ਕੰਮ ਕਰ ਰਹੀਆਂ, ਪਰ ਜਿਹੜੀ ਉਹਨਾਂ ਦੀ ਬਾਗਡੋਰ ਜਿਹੜੀ ਹੁੰਦੀ ਆ, ਉਹਨਾਂ ਦੇ ਜਿਹੜੇ ਅਹੁਦਿਆਂ 'ਤੇ ਬੈਠੇ ਹੋਏ ਉਹ ਲੋਕ ਹੁੰਦੇ ਆ ਕਿ ਜਿਹੜੇ 50-50 60-60 ਸਾਲ ਦੇ ਜਿਹੜੇ ਉਹਨਾਂ ਦੇ ਜਿਹੜੇ ਹੁੰਦੇ ਆ ਪ੍ਰਧਾਨ ਜਿਹੜੇ ਉਹ ਯੂਥ ਜਥੇਬੰਦੀਆਂ ਦੇ ਬਣੇ ਹੋਏ ਹੁੰਦੇ ਆ। ਸੋ ਇਸ ਚੀਜ਼ ਦਾ ਜ਼ਰੂਰ ਜਿਹੜਾ ਧਿਆਨ ਰੱਖਿਆ ਜਾਵੇ ਕਿ ਜੇ ਯੂਥ ਦੀ ਜਥੇਬੰਦੀ ਬਣਾਈ ਆ ਤਾਂ ਯੂਥ ਦੇ ਹੱਥ 'ਚ ਹੀ ਕਮਾਂਡ ਦੇ ਕੇ ਜਿਹੜਾ ਯੂਥ ਵੀ ਉਸ ਨੂੰ ਜਿਹੜਾ ਕੰਟਰੋਲ ਕਰਕੇ ਜਿਹੜਾ ਇੱਕ ਮੱਤ ਹੋ ਕੇ ਜਿਹੜਾ ਪੰਜ ਪ੍ਰਧਾਨੀ ਜਿਹੜਾ ਸਿਸਟਮ ਜਿਹੜਾ ਬਣਾਇਆ ਉਸ ਦੇ ਨਾਲ ਜਿਹੜਾ ਇਸ ਨੂੰ ਜਿਹੜਾ ਅੱਗੇ ਵਧਾਇਆ ਜਾਵੇ, ਤਾਂ ਜੋ ਅਸਲ ਰੂਪ ਦੇ ਵਿੱਚ ਜਿਹੜਾ ਪੰਜਾਬ ਦਾ ਸਿੱਖ ਨੌਜਵਾਨ ਜਿਹੜਾ ਹੈਗਾ ਅੱਗੇ ਆਣ ਕੇ ਜਿਹੜਾ ਆਪਣਾ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕੇ। ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਵਾਕਿਆ ਹੀ ਸਾਡੀ ਹੀ ਜਥੇਬੰਦੀ ਹੈ, ਤਾਂ ਜੋ ਵੱਧ ਚੜ ਕੇ ਇਸ ਜਥੇਬੰਦੀ ਨਾਲ ਜਿਹੜਾ ਜੁੜ ਸਕਣ। ਸੋ ਹੋਰ ਜਿਹੜੀਆਂ ਆਪਾਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸਾਰੀਆਂ ਕਿ ਇਸ ਚੀਜ਼ ਦਾ ਜਿਹੜੇ ਪੰਜਾਬ ਦੇ ਵਿੱਚ ਜਿੱਦਾਂ ਆਪਣੇ ਕਾਲਰ ਵੀ ਆਏ ਸੀ, ਉਹਨਾਂ ਨੇ ਵੀ ਕਿਹਾ ਕਿ ਜਿਹੜੇ ਉੱਥੋਂ ਦੇ ਜਿਹੜੇ ਲੋਕ ਹੈਗੇ ਆ ਉਹ ਸੰਘਰਸ਼ ਕਰ ਰਹੇ ਆ। ਬਹੁਤ ਵਾਰੀ ਇੱਕ ਵਾਰੀ ਪਹਿਲਾਂ ਮੈਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਕਿ ਦੀਪ ਸਿੱਧੂ ਦੇ ਬਾਰੇ ਵੀ ਗੱਲਬਾਤ ਹੁੰਦੀ ਆ, ਜਾਂ ਹੋਰ ਜਿਹੜੇ ਉੱਥੇ ਵੀਰ ਜਿਹੜੇ ਮੇਨ ਹੈਗੇ ਆ, ਲੱਖਾ ਸਧਾਣਾ ਹੋਇਆ ਜਾਂ ਹੋਰ ਜਿਹੜੇ ਹੈਗੇ ਉਹਨਾਂ ਦੇ ਬਾਰੇ ਗੱਲਬਾਤ ਹੁੰਦੀ ਆ ਕਿ ਉਹ ਸਿੱਧੇ ਤੌਰ ਤੇ ਜਿਹੜਾ ਖਾਲਿਸਤਾਨ ਦੀ ਵੀ ਜਾਂ ਪੰਜਾਬ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੇ। ਆਪਾਂ ਉੱਥੋਂ ਦਾ ਸਿਸਟਮ ਜਿਹੜਾ ਦੇਖਿਆ ਕਿ ਮੈਂ ਇੱਕ ਦਿਨ ਸੁਣ ਵੀ ਰਿਹਾ ਸੀਗਾ ਕਿ ਦੀਪ ਸਿੱਧੂ ਦੇ ਬਾਰੇ ਕਿ ਉਸ ਦੇ ਖੁਦ ਆਪਣੇ ਜਵਾਨੀ ਉਹ ਜਿਹੜਾ ਮੀਡੀਆ ਦੇ ਰਾਹੀਂ ਉਹ ਇੱਕ ਇੰਟਰਵਿਊ 'ਚ ਕਹਿ ਰਿਹਾ ਕਿ ਜੇ ਅਸੀਂ ਉਹ ਜਿਹੜੇ ਵਰਡ ਜਿਹੜੇ ਹੈਗੇ ਸਿੱਧੇ ਯੂਜ਼ ਕਰਦੇ ਹਾਂ ਤੇ ਸਾਡੇ ਤੇ ਕੇਸ ਪਾ ਕੇ ਸਾਨੂੰ ਉਹ ਅੰਦਰ ਸੁੱਟ ਦਿੰਦੇ ਆ ਜਾਂ ਸਾਨੂੰ ਅੰਦਰ ਸੁੱਟ ਦੇਣਗੇ ਉਹ। ਤੇ ਇਸ ਕਰਕੇ ਜਿਹੜਾ ਉਹ ਵਾਰ-ਵਾਰ ਉਹ ਕਹਿੰਦੇ ਵੀ ਅਸੀਂ ਜਿਹੜੀ ਗੁਲਾਮੀ ਲਾਉਣ ਦੀ ਜਿਹੜੀ ਗੱਲਬਾਤ ਕਰਦੇ ਆ, ਕਿਸੇ ਵੀ ਤਰੀਕੇ ਨਾਲ ਗੱਲਬਾਤ ਕਰਦੇ ਆ, ਚਾਹੇ ਉਹ ਸਿੱਧਾ ਖਾਲਿਸਤਾਨ ਦਾ ਨਾਂ ਲੈ ਕੇ ਕਰਦੇ ਆ, ਚਾਹੇ ਉੱਦਾਂ ਗੁਲਾਮੀ ਦੀ ਲਾਉਣ ਦੀ ਗੱਲ ਕਰਦੇ ਆ, ਪਰ ਜਿਹੜਾ ਇੱਕ ਇਸ ਸਮੇਂ ਜਿਹੜਾ ਨੌਜਵਾਨ ਜਿਹੜਾ ਜਾਗਿਆ ਹੋਇਆ ਹੈਗਾ ਸੰਘਰਸ਼ ਦੇ ਵਿੱਚ ਜਿਹੜਾ ਤੇ ਆ ਰਿਹਾ, ਉਹ ਕਿਸਾਨ ਮੋਰਚਿਆਂ ਤੇ ਆ ਰਿਹਾ, ਆਪਾਂ ਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਜਿਹੜੀ ਟਕਰਾਅ ਦੀ ਜਿਹੜੀ ਹੈਗੀ ਆ ਇੱਕ ਦੂਜੇ ਦੇ ਨਾਲ ਜਿਹੜਾ ਜਥੇਬੰਦੀਆਂ ਦੇ ਨਾਲ, ਚਾਹੇ ਉੱਥੇ 2 ਮੋਰਚੇ ਚੱਲ ਰਹੇ ਆ ਚਾਹੇ 3 ਮੋਰਚੇ ਚੱਲ ਰਹੇ ਆ, ਪਰ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਦੂਜੇ ਦੀ ਜਿਹੜੀ ਵਿਰੋਧਤਾ ਨਾ ਹੋਵੇ। ਪੰਜਾਬ ਦੀ ਗੱਲ ਹੋਵੇ, ਪੰਜਾਬ ਤੋਂ ਗੁਲਾਮੀ ਜਿਹੜੀ ਲਾਉਣ ਦੀ ਗੱਲ ਹੋਵੇ, ਜਾਂ ਕਿਸੇ ਵੀ ਤਰੀਕੇ ਨਾਲ ਜਿਸ ਤਰੀਕੇ ਨਾਲ ਉਹ ਗੱਲ ਕਰ ਰਹੇ ਆ ਉਹ ਗੱਲ ਜ਼ਰੂਰ ਹੋਵੇ, ਪਰ ਇੱਕ ਦੂਜੇ ਦਾ ਜਿਹੜਾ ਵਿਰੋਧ ਆ ਜਿਹੜਾ ਇੱਕ ਦੂਜੇ ਨਾਲ ਟਕਰਾਅ ਨਾ ਹੋਵੇ। ਇੱਕ ਗੱਲ ਮੈਂ ਜਿਹੜੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਇੱਕ ਪਿਛਲੇ ਸਮੇਂ ਦੇ ਵਿੱਚ ਜਿੱਦਾਂ ਆਪਣੇ ਕੰਮ ਦੇ ਰਾਹੀਂ ਵੀ ਬਹੁਤ ਸਾਰੇ ਉਹਨਾਂ ਲੋਕਾਂ ਦੇ ਰਾਹੀਂ, ਉਹਨਾਂ ਕਾਨਫਰੰਸਾਂ ਰਾਹੀਂ, ਉਹਨਾਂ 'ਚ ਉਹ ਲੋਕਾਂ ਨੂੰ ਦੇ ਨਾਲ ਮਿਲਣ ਦਾ ਜਾਂ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਕਿ ਜਿਹੜੇ ਬਹੁਤ ਸਕਸੈਸਫੁਲ ਹੋਏ ਆ, ਚਾਹੇ ਉਹ ਬਿਜ਼ਨਸ ਤੌਰ 'ਤੇ ਸਕਸੈਸਫੁਲ ਹੋਏ ਆ ਚਾਹੇ ਕਿਸੇ ਵੀ ਤੌਰ 'ਤੇ ਸਕਸੈਸਫੁਲ ਹੋਏ ਆ, ਉਹਨਾਂ ਦੀ ਜਿਹੜੀ ਸਕਸੈਸ ਸਟੋਰੀ ਜਿਹੜੀ ਆਪਾਂ ਸੁਣਦੇ ਹਾਂ, ਉਹਨਾਂ ਨੂੰ ਸੁਣਨ ਦਾ ਜਿਹੜਾ ਮੌਕਾ ਮਿਲਿਆ, ਉਹਨਾਂ ਦੇ ਵਿੱਚ 2-3 ਗੱਲਾਂ ਜਿਹੜੀਆਂ ਬੜੀਆਂ ਅਹਿਮ ਹੁੰਦੀਆਂ ਕਿ ਇੱਕ ਤਾਂ ਜਿਹੜਾ ਕੋਈ ਵੀ ਬੰਦਾ ਜਦੋਂ ਸਕਸੈਸ ਹੁੰਦਾ ਉਹਦੀ ਆਪਣੀ ਵਿਲ, ਤੇ ਦੂਸਰਾ ਉਹਦਾ ਰੀਜ਼ਨ ਵੀ ਜਿਹੜਾ ਵੀ ਉਹ ਕੰਮ ਕਰਨ ਜਾ ਰਿਹਾ ਉਹ ਕਿਉਂ ਕਰਨ ਜਾ ਰਿਹਾ, ਤੇ ਤੀਸਰਾ ਜਿਹੜਾ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਆ ਕਿ ਸਿਸਟਮ ਕਿਹੜਾ ਉਹਨਾਂ ਦੇ ਕੋਲੇ, ਸਿਸਟਮ ਕਿਹੜਾ, ਕਿਸ ਤਰੀਕੇ ਨਾਲ ਉਹ ਆਪਣੀ ਸਕਸੈਸ ਤੱਕ ਜਿਹੜਾ ਪਹੁੰਚਣਾ ਚਾਹੁੰਦੇ ਆ। ਉੱਥੋਂ ਜਿਹੜੀ ਗੱਲ ਜਿਹੜੀ ਸਮਝ ਲੱਗਦੀ ਹੈ ਜੇ ਆਪਾਂ ਆਪਣੇ ਸੰਘਰਸ਼ ਨੂੰ ਦੇਖਦੇ ਹਾਂ, ਖਾਲਿਸਤਾਨ ਦੇ ਸੰਘਰਸ਼ ਨੂੰ ਦੇਖਦੇ ਹਾਂ, ਸੋ ਜੇ ਆਪਾਂ ਉਹਨੂੰ ਇਸ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਜਿਹੜਾ ਆਪਣੇ ਕੋਲ ਰੀਜਨ ਜਿਹੜਾ ਹੈਗਾ, ਆਪਣੇ ਕੋਲ ਰੀਜਨ ਜਿਹੜਾ ਬਹੁਤ ਵੱਡਾ ਰੀਜਨ ਹੈਗਾ ਕਿ ਸਾਨੂੰ ਖਾਲਿਸਤਾਨ ਕਿਉਂ ਚਾਹੀਦਾ।
ਅਸੀਂ ਆਪਣਾ ਆਜ਼ਾਦ ਮੁਲਕ ਕਿਉਂ ਚਾਹੁੰਦੇ ਹਾਂ। ਆਪਾਂ ਬਹੁਤ ਗੱਲਾਂ ਕਰਦੇ ਹਾਂ, ਵਾਰ-ਵਾਰ ਗੱਲਾਂ ਕਰਦੇ ਹਾਂ ਵੀ ਸਾਡੇ ਨਾਲ ਉੱਥੇ ਕੀ ਹੋਇਆ, ਸਾਰੀ ਡਿਟੇਲ ਆਪਣੇ ਕੋਲ ਹੈਗੀ। ਆਪਾਂ ਰੀਜਨ ਆਪਣਾ ਬਹੁਤ ਜਿਹੜਾ ਸਟਰੋਂਗ ਜਿਹੜਾ ਆਪਣਾ ਰੀਜਨ ਹੈਗਾ। ਆਪਣੇ ਵਿਲ ਵੀ ਆਪਣੇ ਹੈਗੀ ਆ ਕਿ ਆਪਣੇ ਜਿਹੜੀ ਵਾਈ ਹੈਗੀ ਆ ਕਿ ਵਿਲ ਵੀ ਆਪਣੇ ਹੈਗੀ ਆ ਕਿ ਜਿਹੜੇ ਆਪਣੇ ਸੰਘਰਸ਼ 'ਚ ਯੋਧੇ ਸੀਗੇ ਜਿਹੜੇ ਉਹ ਉਹਨਾਂ ਦੀ ਇੰਨੀ ਇਸ ਆਪਣਾ ਦੇਸ਼ ਆਜ਼ਾਦ ਕਰਾਉਣ ਦੀ ਇੰਨੀ ਇੱਛਾ ਸ਼ਕਤੀ ਸੀ, ਇੰਨੀ ਉਹਨਾਂ ਦੀ ਵਿਲ ਸੀਗੀ ਕਿ ਉਹ ਕੁਰਬਾਨੀਆਂ ਦੇ ਕੇ 1 1.5 ਲੱਖ ਸਿੰਘ ਜਿਹੜਾ ਆਪਣਾ ਪੰਜਾਬ 'ਚ ਕੁਰਬਾਨ ਹੋਇਆ। ਹੁਣ ਵੀ ਜਿਹੜੇ ਹੈਗੇ ਆ ਉਹ ਆਪਣੇ ਜਿਹੜਾ ਵੀ ਕੋਈ ਜਥੇਬੰਦੀ ਜਿਹੜੀ ਕੋਈ ਸੰਘਰਸ਼ ਨਾਲ ਜੁੜਿਆ ਹੋਇਆ ਹੈਗਾ, ਉਹ ਆਪਣੀ ਪੂਰੀ ਮਨੋਂ ਇੱਕ ਕਰਕੇ ਜੁੜਿਆ ਹੋਇਆ ਹੈਗਾ ਕਿ ਅਸੀਂ ਆਪਣਾ ਜਿਹੜਾ ਬਣਾਉਣਾ। ਗੱਲ ਆਉਂਦੀ ਸਿਸਟਮ ਦੀ। ਸਿਸਟਮ ਦੇ ਵਿੱਚ ਮੈਨੂੰ ਲੱਗਦਾ ਕਿ ਜ਼ਰੂਰ ਆਪਾਂ ਨੂੰ ਕਿਤੇ ਨਾ ਕਿਤੇ ਜਿਹੜਾ ਸੁਧਾਰ ਦੀ ਲੋੜ ਹੈਗੀ ਆ। ਆਪਾਂ ਨੂੰ ਸਿਸਟਮ ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਜੇ ਆਪਣੀਆਂ ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਇੱਕ ਤਾਂ ਆਪਣੇ ਕੋਲ ਇਹ ਆ ਜਾਂਦਾ ਕਿ ਆਪਾਂ ਉਸ ਚੀਜ਼ ਨੂੰ ਪ੍ਰਾਪਤ ਕਿੱਦਾਂ ਕਰਨਾ, ਆਪਾਂ ਆਪਣੇ ਦੇਸ਼ ਨੂੰ ਆਜ਼ਾਦ ਕਿੱਦਾਂ ਕਰਾਉਣਾ, ਆਪਣਾ ਦੇਸ਼ ਨੂੰ ਆਪਾਂ ਆਜ਼ਾਦੀ ਲੈਣੀ ਕਿੱਦਾਂ। ਇੱਕ ਤਾਂ ਉਹ ਆ ਗਿਆ। ਦੂਸਰਾ ਜਿਹੜਾ ਪ੍ਰੋਸੈਸ ਜਿਹੜਾ ਉਹਦਾ ਹੈਗਾ ਕਿ ਆਪਣਾ ਬਾਕੀ ਦੀਆਂ ਜਥੇਬੰਦੀਆਂ ਦੇ ਨਾਲ, ਬਾਕੀ ਦੇ ਜਿਹੜੇ ਆਪਣੇ ਸਿੱਖ ਕੌਮ ਦੇ ਨਾਲ ਆਪਣੇ ਰਿਲੇਸ਼ਨ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਨਾਲ ਬਿਹਤਰ ਹੋ ਸਕਦੇ ਆ, ਜਾਂ ਬਾਕੀ ਦੀਆਂ ਜਥੇਬੰਦੀਆਂ ਜਿਹੜੀਆਂ ਜਿਨ੍ਹਾਂ ਦਾ ਸੇਮ ਮਕਸਦ ਹੈਗਾ ਉਹ ਇੱਕ ਪਲੇਟਫਾਰਮ ਤੇ ਜੇ ਨਹੀਂ ਵੀ ਆ ਸਕਦੀਆਂ, ਪਰ ਉਹ ਕਿਸ ਤਰੀਕੇ ਨਾਲ ਜਿਹੜੀਆਂ ਪੈਰਲਲ ਚੱਲੀ ਜਾਣ ਪਰ ਇੱਕ ਦੂਜੇ ਦੀ ਵਿਰੋਧਤਾ ਨਾ ਕਰਨ। ਸੋ ਇਸੇ ਤਰੀਕੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਹੁਣ ਵੀ ਸੰਘਰਸ਼ ਚੱਲ ਰਿਹਾ, ਇਸ ਦੇ ਵਿੱਚ ਵੀ ਇਸ ਚੀਜ਼ ਦਾ ਜਿਹੜਾ ਧਿਆਨ ਜਿਹੜਾ ਰੱਖਣ ਦੀ ਲੋੜ ਹੈਗੀ। ਇੱਕ ਸਿਸਟਮ ਬਣਾਉਣ ਦੀ, ਇੱਕ ਪੈਰਲਰ ਜਿਹੜਾ ਹੈਗਾ, ਚਾਹੇ ਉਹ 2 ਥਾਵਾਂ ਤੇ ਮੋਰਚੇ ਲੱਗ ਰਹੇ ਜਾਂ 3 ਥਾਵਾਂ ਤੇ ਲੱਗ ਰਹੇ ਆ, ਕੋਈ ਇੱਦਾਂ ਦਾ ਇੱਕ ਸਿਸਟਮ ਕ੍ਰੀਏਟ ਕੀਤਾ ਜਾਣਾ ਚਾਹੀਦਾ। ਸਿਸਟਮ ਬਣਾਉਣਾ ਚਾਹੀਦਾ ਕਿ ਠੀਕ ਆ ਉਹ ਆਪੋ ਆਪਣਾ ਜੇ ਉਹਨਾਂ ਦਾ ਥੋੜ੍ਹਾ ਬਹੁਤ ਵਿਚਾਰਕ ਮਤਭੇਦ ਹੈਗੇ ਆ, ਉਹ ਇਕੱਠੇ ਨਹੀਂ ਬੈਠ ਸਕਦੇ, ਪਰ ਉਹ ਇੱਕ ਦੂਜੇ ਦਾ ਵਿਰੋਧ ਨਾ ਕਰਨ। ਮਕਸਦ ਉਹਨਾਂ ਦਾ ਪੰਜਾਬ ਦੇ ਹੱਕ ਜਿਹੜਾ, ਪੰਜਾਬ ਦੀ ਜਿਹੜਾ ਆਜ਼ਾਦੀ ਜਿਹੜਾ ਉਹ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਗੱਲ ਕਰਨ। ਉਸੇ ਤਰੀਕੇ ਨਾਲ ਜੇ ਆਪਣੇ ਖਾਲਿਸਤਾਨ ਦੀ ਜਾਂ ਪੰਜਾਬ ਦੀ ਆਜ਼ਾਦੀ ਦੀ ਜਿਹੜੀਆਂ ਧਿਰਾਂ ਜਿਹੜੀਆਂ ਗੱਲਬਾਤ ਕਰ ਰਹੀਆਂ, ਉਹਨਾਂ ਦਾ ਵੀ ਜ਼ਰੂਰ ਇੱਕ ਦੂਜੇ ਦੀ ਜਥੇਬੰਦੀਆਂ ਦੇ ਨਾਲ, ਦੂਜੀਆਂ ਧਿਰਾਂ ਦੇ ਨਾਲ ਇੱਕ ਸਿਸਟਮ, ਇੱਕ ਇਹ ਪ੍ਰੋਸੀਜਰ ਜਿਹੜਾ ਪ੍ਰੋਸੈਸ ਜਿਹੜਾ ਕਿੱਦਾਂ ਬਣਿਆ ਹੋਇਆ ਹੋਣਾ ਚਾਹੀਦਾ ਕਿ ਜੇ ਅਸੀਂ ਬਿਲਕੁਲ ਇੱਕ ਪਲੇਟਫਾਰਮ ਤੇ ਨਹੀਂ ਇਕੱਠੇ ਹੋ ਸਕਦੇ, ਪਰ ਸਾਡਾ ਮਕਸਦ ਇੱਕ ਆ, ਅਸੀਂ ਆਜ਼ਾਦੀ ਚਾਹੁੰਦੇ ਹਾਂ, ਪੰਜਾਬ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ। ਸੋ ਬਾਕੀ ਦੀਆਂ ਧਿਰਾਂ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਕਿਸ ਤਰੀਕੇ ਨਾਲ ਚੱਲ ਸਕਦੀਆਂ, ਜਾਂ ਅਸੀਂ ਕਿਸੇ ਦਾ ਕਿਸ ਤਰੀਕੇ ਨਾਲ ਸਹਿਯੋਗ ਕਰ ਸਕਦੇ ਹਾਂ, ਜਾਂ ਕੋਈ ਸਾਡੇ ਨਾਲ ਕਿਸ ਤਰੀਕੇ ਨਾਲ ਜਿਹੜਾ ਸਹਿਯੋਗ ਕਰ ਸਕਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ਰੂਰ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿਚਾਰ ਕਰਨੀ ਚਾਹੀਦੀ ਆ। ਸੋ ਅੱਜ ਦਾ ਆਪਾਂ ਜਿਹੜਾ ਪ੍ਰੋਗਰਾਮ ਸੀਗਾ, ਜਿਹੜਾ ਪੰਥਕ ਸੱਥ ਜਿਹੜਾ ਆਪਾਂ ਹਰ ਐਤਵਾਰ ਜਿਹੜਾ ਆਪਾਂ ਕਰਦੇ ਹਾਂ, ਉਹਦੇ ਵਿੱਚ ਆਪਾਂ ਅਗਲੇ ਐਤਵਾਰ ਨੂੰ ਜਿਹੜਾ ਹੋਰ ਕੋਈ ਵਿਸ਼ਾ ਲੈ ਕੇ, ਹੋਰ ਕੋਈ ਗੱਲਬਾਤ ਲੈ ਕੇ ਜਿਹੜੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਜਿਹੜੇ ਆਪਣੇ ਕਾਲਰ ਵੀ ਆਏ ਸੀਗੇ ਜਾਂ ਭਾਈ ਹਿੰਮਤ ਸਿੰਘ ਹੁਣੀ ਆਪਣੇ ਜੁੜੇ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਆਪਣੇ ਆਣ ਕੇ ਵਿਚਾਰ ਰੱਖੇ। ਤੁਸੀਂ ਵੀ ਜ਼ਰੂਰ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਆਣ ਕੇ ਆਪਣੇ ਵਿਚਾਰ ਰੱਖਿਆ ਕਰੋ, ਆਪਣੇ ਵਿਚਾਰ ਸਾਂਝੇ ਕਰਿਆ ਕਰੋ, ਜਿਸ ਨਾਲ ਸਾਨੂੰ ਵੀ ਪਤਾ ਲੱਗਦਾ ਕਿ ਇਹ ਜੋ ਅਸੀਂ ਗੱਲਬਾਤ ਕਹਿ ਰਹੇ ਹਾਂ ਉਸ ਪੱਖੀ ਜਿਹੜੇ ਤੁਹਾਡੇ ਕੀ ਵਿਚਾਰ ਆ। ਜਿੱਦਾਂ ਆਪਣੇ ਪ੍ਰੋਗਰਾਮ ਜਿਹੜਾ ਹੈਗਾ, ਪ੍ਰੋਗਰਾਮ ਦਾ ਆਪਣਾ ਨਾਮ ਵੀ ਜਿਹੜਾ ਹੈਗਾ ਕਿ ਪੰਥਕ ਸੱਥ, ਸਾਂਝ, ਸਲਾਹ ਤੇ ਹੱਲ। ਅਸੀਂ ਤੁਹਾਡੇ ਨਾਲ ਜਿਹੜੀ ਵਿਚਾਰਾਂ ਦੀ ਆਪਾਂ ਸਾਂਝ ਪਾਉਂਦੇ ਹਾਂ, ਤੁਹਾਡੇ ਨਾਲ ਸਲਾਹ ਲੈਂਦੇ ਹਾਂ ਤੁਹਾਡੀ, ਤੇ ਰਲ ਮਿਲ ਕੇ ਆਪਾਂ ਸਾਰੇ ਉਸ ਦੇ ਜਿਹੜੇ ਹੱਲ ਜਿਹੜਾ ਆਪਾਂ ਲੱਭਣ ਦੀ ਕੋਸ਼ਿਸ਼ ਕਰੀਏ ਕਿ ਜੋ ਕੌਮ ਦੇ ਨਾਲ ਜਿਹੜਾ ਸੰਘਰਸ਼ ਚੱਲ ਰਿਹਾ, ਜਿਹੜਾ ਕੌਮ ਦਾ ਅੱਜ ਸੰਘਰਸ਼ ਚੱਲ ਰਿਹਾ, ਇਸ ਦਾ ਆਪਾਂ ਕਿਸ ਤਰੀਕੇ ਨਾਲ ਜਿਹੜਾ ਇਸ ਨੂੰ ਪੰਜਾਬ ਦੀ ਆਜ਼ਾਦੀ ਤੱਕ ਲੈ ਕੇ ਜਾਣਾ, ਕਿਸ ਤਰੀਕੇ ਨਾਲ ਪੰਜਾਬ ਨੂੰ ਜਿਹੜਾ ਉਸ ਭਾਰਤ ਦੇ ਪਿੰਜਰੇ ਚੋਂ ਜਿਹੜਾ ਆਜ਼ਾਦ ਕਰਾਉਣਾ। ਸੋ ਕੋਸ਼ਿਸ਼ ਕਰਾਂਗੇ ਆਪਾਂ ਕਿ ਖਾਲਿਸਤਾਨ ਦੇ ਵਿਸ਼ੇ ਤੇ ਹੋਰ ਵੀ ਆਪਾਂ ਕਿ ਜਿਹੜੇ ਆਪਣੇ ਸੂਝਵਾਨ ਵੀਰ ਹੈਗੇ ਆ ਕਿਸੇ ਨੂੰ ਨਾਲ ਲੈ ਕੇ, ਤੇ ਜਿਹੜੇ ਤੁਹਾਡੇ ਕਈ ਜਿਹੜੇ ਆਪਣੇ ਸਵਾਲ ਹੁੰਦੇ ਆ ਖਾਲਿਸਤਾਨ ਨੂੰ ਲੈ ਕੇ, ਜਿਹੜੇ ਸਵਾਲ ਹੁੰਦੇ ਮਨਾਂ ਦੇ ਵਿੱਚ, ਉਸ ਦੇ ਬਾਰੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਕਿ ਤਾਂ ਜੋ ਜਿਹੜੇ ਸਵਾਲ ਹੈਗੇ ਆ, ਜਾਂ ਹੋਰ ਵੀ ਜੇ ਕਿਸੇ ਦੇ ਸਵਾਲ ਹੈਗੇ, ਤੁਸੀਂ ਵੀ ਸਿੱਧੀ ਕਾਲ ਕਰਕੇ ਜਿਹੜੇ ਉਸ ਦੇ ਵਿੱਚ ਆਪਣਾ ਹਿੱਸਾ ਲੈ ਸਕੋਗੇ, ਗੱਲਬਾਤ ਕਰ ਸਕੋਗੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਾਂ ਇੱਥੇ ਸਮਾਪਤ ਕਰਦੇ ਹਾਂ। ਆਉਣ ਵਾਲੇ ਐਤਵਾਰ ਜਿਹੜਾ ਹੈਗਾ ਆਪਾਂ ਦੁਬਾਰਾ ਪ੍ਰੋਗਰਾਮ ਲੈ ਕੇ ਜਿਹੜਾ ਆਪਣੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਸੋ ਹੁਣ ਸਾਨੂੰ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।